श्री वाहिगुरु साहिब जी दोहरा सुध सुध कर किस निकटते सिंगन कहो सुनाए जोर दस्त नामी को सुपा बहुत दुखदाए दोहरा सुध सुध कर किस निकटते सिंगन कहो सुनाए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਪਰਮ ਪ੍ਰੀਤਵਾਨ ਗੁਰੂ ਖਾਲਸਾ ਸਾਧ ਸੰਗਤ ਜੀ, ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਗੁਰਤਾ ਗੱਦੀ ਤੇ ਸੁਭਾਏ ਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਸਤਿਗੁਰੂ ਜੀ ਦੀ ਦਇਆ ਦਾ ਸਦਕਾ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਨਗਰ ਤੱਲਣ ਵਿਖੇ ਆਪ ਜੀ ਦੂਰੋਂ ਨੇੜਿਓਂ ਚੱਲ ਕੇ ਸੰਧਿਆ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਦੀ ਮਿਹਰ ਸਦਕਾ ਸੰਧਿਆ ਦੇ ਦੀਵਾਨ ਵਿੱਚ ਰਾਗੀ ਜਥਿਆਂ ਦੇ ਪਾਸੋਂ ਆਪ ਜੀ ਨੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਰਹਿਰਾਸ ਸਾਹਿਬ ਦੇ ਪਾਠ ਗੁਰੂ ਕੀ ਹਾਜ਼ਰ ਹਜ਼ੂਰੀ ਵਿੱਚ ਬੈਠ ਕੇ ਸਾਰਿਆਂ ਨੇ ਸਰਵਣ ਕੀਤੇ, ਆਨੰਦ ਮਾਣਿਆ, ਲਾਹਾ ਲਿਆ ਹੈ। ਰਹਿਰਾਸ ਸਾਹਿਬ ਦੇ ਪਾਠ ਉਪਰੰਤ ਨਿਤਾ ਪ੍ਰਤੀ ਦੀ ਤਰ੍ਹਾਂ ਸਤਿਗੁਰੂ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ ਹਾਜ਼ਰੀ ਲਵਾਉਣ ਦਾ ਸਮਾਂ ਮਿਲ ਰਿਹਾ ਹੈ। ਆਓ ਗੁਰੂ ਪਿਆਰਿਓ, ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਧਿਆਨ ਨੂੰ ਇਕਾਗਰ ਕਰਕੇ, ਬੜੀ ਇਕਾਗਰਤਾ ਬਣਾ ਕੇ, ਸ਼ਾਂਤੀ ਬਣਾ ਕੇ ਗੁਰੂ ਚਰਨਾਂ ਵਿੱਚ ਬੈਠਣਾ ਹੈ ਤਾਂ ਕਿ ਸਤਿਗੁਰੂ ਜੀ ਦੇ ਸਰਗੁਣ ਸਰੂਪ ਦੇ ਵਿੱਚ ਵਰਤਾਏ ਹੋਏ ਅਸਚਰਜ ਕੌਤਕਾਂ ਦਾ ਅਸੀਂ ਖੁਦ ਆਨੰਦ ਮਾਣ ਸਕੀਏ ਔਰ ਦੂਜਿਆਂ ਨੂੰ ਵੀ ਆਪਣੇ ਵਿਰਸੇ ਬਾਰੇ ਦੱਸਣ ਦੇ ਲਈ ਅਸੀਂ ਇੰਨਾ ਕੁ ਘੱਟੋ ਘੱਟ ਜ਼ਰੂਰ ਸਿੱਖ ਜਾਈਏ ਕਿ ਅਗਾਂਹ ਕਿਸੇ ਨੂੰ ਹੋਰ ਸੇਧ ਦੇ ਕੇ ਗੁਰੂ ਘਰ ਦੇ ਨਾਲ ਜੋੜ ਸਕੀਏ। ਸਤਿਗੁਰ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਧਰਤ ਦੇ ਉੱਤੇ, ਮਾਤਲੋਕ ਦੇ ਉੱਤੇ ਆ ਕੇ ਜੋ ਰੱਬੀ ਬਾਣੀ ਦੇ ਅੰਮ੍ਰਿਤ ਦੇ ਨਾਲ ਸਿੱਖੀ ਦੀ ਫੁਲਵਾੜੀ ਨੂੰ ਸਿੰਜਿਆ ਹੈ। ਸੋ ਪ੍ਰੇਮੀਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਇਹ ਸਿੱਖੀ ਦੀ ਫੁਲਵਾੜੀ ਸਤਿਗੁਰੂ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਟਹਿਕ ਰਹੀ ਹੈ ਔਰ ਮਹਿਕ ਰਹੀ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਮੁਤਾਬਕ ਯੁੱਗਾਂ ਦੇ ਯੁੱਗ ਭਾਵੇਂ ਬਦਲ ਜਾਣ ਪਰ ਸਤਿਗੁਰੂ ਜੀ ਦਾ ਚਲਾਇਆ ਹੋਇਆ ਇਹ ਨਿਰਮਲ ਪੰਥ, ਸਤਿਗੁਰੂ ਜੀ ਦਾ ਸਾਜਿਆ ਹੋਇਆ ਖਾਲਸਾ ਇਸੇ ਤਰ੍ਹਾਂ ਸਦਾ ਟਹਿਕਦਾ ਰਹੇਗਾ ਔਰ ਮਹਿਕਦਾ ਰਹੇਗਾ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਇਹ ਨਿਰਮਲ ਪੰਥ ਦੀ ਸਾਜਨਾ ਕੀਤੀ ਹੈ, ਸੋ ਇਹ ਪੰਥ ਦੀ ਫੁਲਵਾੜੀ, ਕਿਉਂਕਿ ਗੁਰਬਾਣੀ ਦਾ ਅੰਮ੍ਰਿਤ ਇਸ ਨੂੰ ਮਿਲ ਰਿਹਾ ਹੈ, ਅੰਮ੍ਰਿਤ ਦੇ ਨਾਲ ਸਿੰਜੀ ਗਈ ਹੈ। ਜਿੰਨੀ ਦੇਰ ਤੱਕ ਗੁਰੂ ਕੀ ਬਾਣੀ ਦੇ ਨਾਲ ਅਸੀਂ ਜੁੜੇ ਰਹਾਂਗੇ, ਗੁਰੂ ਕੇ ਬਖਸ਼ੇ ਹੋਏ ਬਾਣੇ ਦੇ ਨਾਲ, ਅੰਮ੍ਰਿਤ ਦੀ ਦਾਤ ਨਾਲ, ਖੰਡੇ ਕੀ ਪਾਹੁਲ ਦੇ ਨਾਲ ਭਾਈ ਜੁੜਾਂਗੇ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦੇ ਬੂਟੇ ਇਹ ਸਦਾ ਟਹਿਕਦੇ ਰਹਿਣਗੇ, ਮਹਿਕਦੇ ਰਹਿਣਗੇ, ਆਪਣੀਆਂ ਖੁਸ਼ਬੂਆਂ ਬਖੇਰਦੇ ਰਹਿਣਗੇ, ਕਦੇ ਕੁਮਲਾਉਣਗੇ ਨਹੀਂ। ਸੋ ਪ੍ਰੇਮੀਓ, ਆਪਾਂ ਸਰਵਣ ਕਰ ਰਹੇ ਸੀ ਬਾਜਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਨੀਲੇ ਦੇ ਸ਼ਾਹ ਅਸਵਾਰ, ਅੰਮ੍ਰਿਤ ਕੇ ਦਾਤੇ, ਸਰਬੰਸ ਦਾਨੀ, ਸਾਹਿਬੇ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ। ਸਤਿਗੁਰੂ ਜੀ ਮਾਲਵੇ ਦੀ ਧਰਤੀ ਦੇ ਉੱਤੇ ਜੰਗਲ ਦੇਸ਼ ਦੇ ਵਿੱਚ ਵਿਚਰ ਰਹੇ ਹਨ। ਸਤਿਗੁਰੂ ਜੀ ਨੇ ਆਪ ਤੁਰੁੱਠ ਕੇ, ਆਪ ਖੁਸ਼ ਹੋ ਕੇ ਇਸ ਧਰਤੀ ਦਾ ਨਾਮ ਮਾਲਵਾ ਰੱਖਿਆ ਔਰ ਇਸ ਨੂੰ ਗੁਰੂ ਕਾ ਮਾਲਵਾ ਕਹਿ ਕੇ ਨਵਾਜਿਆ। ਸ੍ਰੀ ਦਮਦਮਾ ਸਾਹਿਬ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੁੱਖ ਤੌਰ ਦੇ ਉੱਤੇ ਟਿਕਾਣਾ ਹੈ। ਉਸ ਜਗ੍ਹਾ ਤੋਂ ਚੱਲ ਕੇ ਘੋੜ ਸਵਾਰ ਹੋ ਕੇ ਸਿੰਘਾਂ ਸੂਰਮਿਆਂ ਦੀ ਫੌਜ ਦੇ ਨਾਲ ਔਰ ਉਸ ਇਲਾਕੇ ਦਾ ਰਜਵਾੜਾ ਭਾਈ ਡੱਲਾ ਬੈਰਾੜ ਉਸ ਦੀਆਂ ਫੌਜਾਂ ਦੇ ਸਮੇਤ
ਸਤਿਗੁਰ ਸੱਚੇ ਪਾਤਸ਼ਾਹ ਜੀ ਨਿੱਤਾ ਪ੍ਰਤੀ ਵੱਖ-ਵੱਖ ਜਗ੍ਹਾ ਦੇ ਉੱਤੇ ਜਾ ਕੇ ਚਰਨ ਪਾਉਂਦੇ ਹਨ, ਧਰਤੀ ਨੂੰ ਪਵਿੱਤਰ ਕਰਦੇ ਹੈ, ਅਚਰਜ ਕੌਤਕ ਵਰਤਾ ਰਹੇ ਹੈ, ਬੇਅੰਤ ਸੰਗਤਾਂ ਨੂੰ ਉਤਾਰ ਰਹੇ ਹਨ। ਅਨੇਕਾਂ ਬਖਸ਼ਿਸ਼ਾਂ ਇਸ ਮਾਲਵੇ ਦੀ ਧਰਤੀ ਨੂੰ। ਡੱਲੇ ਇਹ ਗੁਰੂ ਕਾ ਮਾਲਵਾ ਹੈ, ਇੱਥੇ ਅੰਨ ਧਨ ਦੀ ਕਦੇ ਤੋਟ ਨਹੀਂ ਆਵੇਗੀ, ਇੱਥੇ ਸਿੱਖੀ ਬਹੁਤ ਵਧੇ ਫੁੱਲੇਗੀ। ਸਤਿਗੁਰ ਸੱਚੇ ਪਾਤਸ਼ਾਹ ਜੀ ਇਤਿਆਦਕ ਬਚਨ ਕਰਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਦਮਦਮਾ ਸਾਹਿਬ ਵਿਖੇ ਬਿਰਾਜ ਰਹੇ ਨੇ। ਦਮਦਮਾ ਸਾਹਿਬ ਵਿਖੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਨੇ ਮੀਂਹ ਦੇ ਵਾਸਤੇ ਬੇਨਤੀ ਕੀਤੀ। ਕੱਲ ਸਰਵਣ ਕੀਤਾ ਸੀ, ਭਾਈ ਡੱਲਾ ਸੰਗਤਾਂ ਦੀ ਬੇਨਤੀ ਲੈ ਕੇ ਗਿਆ, 3 ਵਾਰ ਸਤਿਗੁਰੂ ਜੀ ਨੇ ਮੋੜ ਦਿੱਤਾ ਸੀ। ਬੜੇ ਕਠੋਰ ਬਚਨ ਵੀ ਕੀਤੇ, ਡੱਲਿਆ ਵਾਰ-ਵਾਰ ਮੇਰੇ ਕੋਲ ਆ ਜਾਣਾ ਮੀਂਹ ਪਵਾਉਣ, ਮੀਂਹ ਕੋਈ ਮੇਰੀ ਕੱਛ ਦੇ ਵਿੱਚ ਥੋੜ੍ਹਾ ਰੱਖਿਆ ਹੋਇਆ ਬਗਲ ਵਿੱਚੋਂ ਕੱਢ ਕੇ ਪਾ ਦੇਵਾਂ। ਦੂਜੇ ਦਿਨ ਫਿਰ ਬੇਨਤੀ ਕੀਤੀ, ਸਤਿਗੁਰੂ ਜੀ ਨੇ ਅਣਸੁਣੀ ਕਰ ਦਿੱਤੀ। ਤੀਜੇ ਦਿਨ ਫਿਰ ਗਿਆ, ਸਤਿਗੁਰ ਸੱਚੇ ਪਾਤਸ਼ਾਹ ਪ੍ਰਸੰਨ ਬੜੇ ਆ, ਭਾਈ ਡੱਲੇ ਨੂੰ ਕੁਝ ਦੇਣਾ ਚਾਹੁੰਦੇ ਆ। ਖੁਸ਼ ਸਨ ਇਸ ਗੱਲੋਂ ਕਿ ਸਰਹੰਦ ਦੇ ਸੂਬੇ ਵਜੀਦੇ ਨੇ ਚਿੱਠੀ ਲਿਖ ਕੇ ਭੇਜੀ ਸੀ ਬੜੇ ਕਰੜੇ ਲਫ਼ਜ਼ਾਂ ਦੇ ਵਿੱਚ, ਡੱਲਿਆ ਕਿਉਂ ਆਪਣੀ ਮੌਤ ਆਪ ਸਹੇੜਦਾ ਹੈ। ਬਾਦਸ਼ਾਹ ਔਰੰਗਜ਼ੇਬ ਦੇ ਦੁਸ਼ਮਣ ਹਕੂਮਤ ਦੇ ਬਾਗੀ ਗੁਰੂ ਨੂੰ ਆਪਣੇ ਕੋਲ ਪਨਾਹ ਦੇ ਰੱਖੀ, ਆਪਣੇ ਕੋਲ ਠਹਿਰਾ ਰੱਖਿਆ, ਸੇਵਾ ਕਰਦਾ, ਤੇਰੀ ਮੱਤ ਤਾਂ ਨਹੀਂ ਮਾਰੀ ਗਈ। ਚੰਗੀ ਚਾਹੁੰਦਾ ਤੇ ਗੁਰੂ ਨੂੰ ਗ੍ਰਿਫਤਾਰ ਕਰਕੇ ਮੇਰੇ ਹਵਾਲੇ ਕਰ ਦੇ। ਜੇ ਡਰਦਾ ਹੈ, ਜੇ ਤੈਨੂੰ ਲੱਗਦਾ ਹੈ ਗੁਰੂ ਤੇਰੇ ਨਿਯੰਤਰਣ ਵਿੱਚ ਨਹੀਂ, ਕੰਟਰੋਲ ਦੇ ਵਿੱਚ ਨਹੀਂ ਆਵੇਗਾ, ਨਹੀਂ ਤੂੰ ਗ੍ਰਿਫਤਾਰ ਕਰ ਸਕਦਾ, ਮੈਨੂੰ ਦੱਸ ਕਿੰਨੀ ਫੌਜ ਚਾਹੀਦੀ ਹੈ। ਬਹੁਤ ਭਾਰੀ ਦਲ, ਬਹੁਤ ਭਾਰੀ ਲਸ਼ਕਰ ਭੇਜ ਦਿੰਦਾ ਹਾਂ, ਪਰ ਗੁਰੂ ਨੂੰ ਗ੍ਰਿਫਤਾਰ ਕਰਕੇ ਮੇਰੇ ਸਾਹਮਣੇ ਪੇਸ਼ ਕਰ ਦੇ, ਮੇਰੇ ਕੋਲ ਭੇਜ ਦੇ। ਤੇ ਨਾਲ ਹੀ ਧਮਕੀ ਲਿਖੀ, ਕਹਿੰਦਾ ਡੱਲਿਆ ਜੇ ਤੂੰ ਮੇਰੀ ਇਹ ਗੱਲ ਨਹੀਂ ਮੰਨੇਗਾ ਤਾਂ ਤੇਰਾ ਸਾਰਾ ਆ ਜਿਹੜਾ ਜੰਗਲ ਦੇਸ਼ ਆ ਨਾ, ਵੱਡੀ ਫੌਜ ਭੇਜ ਕੇ ਉਜਾੜ ਦੇਵਾਂਗਾ, ਹਥਿਆਰਬੰਦ ਸੈਨਾ ਦੇ ਨਾਲ ਪਿੰਡਾਂ ਦੇ ਪਿੰਡ ਉਜਾੜ ਦੇਵਾਂਗਾ। ਤੇਰੀ ਆ ਜਿਹੜੀ ਸਲਤਨਤ ਬਣੀ ਹੋਈ ਹੈ ਨਾ, ਛਿਨਾਂ ਪਲਾਂ ਦੇ ਵਿੱਚ ਹੀ ਇਹਦਾ ਖਾਤਮਾ ਕਰ ਦੇਵਾਂਗਾ। ਭਾਈ ਡੱਲੇ ਨੇ ਸੁਣਿਆ, ਇੱਕਦਮ ਗੁੱਸੇ ਵਿੱਚ ਆ ਗਿਆ, ਵੀਰ ਰਸ ਵਿੱਚ ਆ ਕੇ ਉਸੇ ਵਕਤ ਜਵਾਬ ਲਿਖਾਇਆ, ਡਰਿਆ ਨਹੀਂ, ਘਬਰਾਇਆ ਨਹੀਂ। ਕਹਿੰਦਾ ਸਰਹੰਦ ਦੇ ਸੂਬੇ ਵਜੀਦਿਆ, ਜਿਹੜਾ ਜ਼ੋਰ ਤੂੰ ਲਾਉਣਾ ਲਾ ਲਾ, ਸਾਡੀ ਜਿਹੜੀ ਸਿੱਖੀ ਹੈ, ਸਾਡੀ ਭਾਵਨਾ ਗੁਰੂ ਦੇ ਉੱਤੇ ਇੰਨੀ ਕੁ ਭਾਵਨਾ ਹੈ, ਬਸ ਇਹ ਸਮਝ ਲੈ ਵੀ ਗੁਰੂ ਸਾਡੇ ਸਿਰ ਦੇ ਨਾਲ ਹੈ। ਜਿੰਨੀ ਦੇਰ ਤੱਕ ਸਾਡੇ ਆ ਧੜਾਂ ਦੇ ਉੱਤੇ ਸਿਰ ਹੈ ਨਾ, ਤੂੰ ਗੁਰੂ ਵੱਲ ਅੱਖ ਚੁੱਕ ਕੇ ਵੀ ਨਹੀਂ ਵੇਖਣ ਦੇਵਾਂਗੇ ਕਿਸੇ ਨੂੰ, ਗੁਰੂ ਦੀ ਵਾਹ ਵੱਲ ਨਹੀਂ ਵੇਖ ਸਕਦਾ। ਇਹ ਵਾਕ ਕੀਤੇ ਸਨ। ਸਤਿਗੁਰੂ ਜੀ ਨੂੰ ਜਦੋਂ ਪਤਾ ਲੱਗਾ, ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ। ਭਾਈ ਡੱਲੇ ਨੂੰ ਕੁਝ ਦੇਣਾ ਚਾਹੁੰਦੇ ਸਨ, ਪਰ ਡੱਲੇ ਨੇ ਭਾਵਨਾ ਵਾਲਾ ਸਿੱਖ ਸੀ, ਆਪਣੇ ਵਾਸਤੇ ਨਹੀਂ ਮੰਗਿਆ ਕੁਝ ਵੀ, ਪਰ ਹੇਤ ਹੀ ਮੰਗਿਆ, ਲੋਕਾਂ ਦੇ ਭਲੇ ਵਾਸਤੇ ਹੀ ਮੰਗਿਆ। ਮਹਾਰਾਜ ਖੇਤੀਆਂ ਸੁੱਕੀਆਂ ਪਈਆਂ, ਦੁਬਾਰਾ ਫਸਲ ਬੀਜਣੀ ਹੈ, ਧਰਤੀ ਕਠੋਰ ਪੱਥਰ ਵਰਗੀ ਹੋਈ ਪਈ ਹੈ, ਆਪ ਜੀ ਮੀਂਹ ਪਾਓ। ਤੀਜੇ ਦਿਨ ਸਤਿਗੁਰੂ ਜੀ ਪ੍ਰਸੰਨ ਹੋ ਗਏ, ਕਹਿੰਦੇ ਲੈ ਵੀ ਡੱਲੇ ਬਰਾੜਾ, ਤੁਸੀਂ ਜਿਹੜੇ ਆ ਮਲਵਈ ਸਿੱਧੇ ਸਾਦੇ ਲੋਕ, ਜੱਟ ਲੋਕ, ਜਿਹੜੀ ਧਾਰਨਾ ਧਾਰ ਲਓ ਨਾ ਮਨ ਦੇ ਵਿੱਚ, ਜਿਹੜੀ ਗੱਲ ਮਨਾਉਣੀ ਚਾਹੋ ਮਨਾ ਕੇ ਰਹਿੰਦੇ ਹੋ। ਲੈ ਤਾਂ ਅੱਜ ਗੁਰੂ ਨੂੰ ਵੀ ਮਨਾ ਲਿਆ, ਜਾ ਕੇ ਟੋਭੇ ਸਾਫ਼ ਕਰਾ ਲਾ, ਬਹੁਤ ਮੀਂਹ ਆਵੇਗਾ। ਸਤਿਗੁਰੂ ਜੀ ਦੇ ਬਚਨਾਂ ਨਾਲ ਬਹੁਤ ਮੀਂਹ ਪਿਆ। ਫਿਰ ਮੀਂਹ ਤੋਂ ਜ਼ਿਆਦਾ ਤੰਗ ਹੋ ਗਈ ਸਾਰੀ ਸਲਤਨਤ, ਸਾਰੇ ਲੋਕ, ਸਾਰੀ ਪ੍ਰਜਾ। ਫਿਰ ਭਾਈ ਡੱਲੇ ਨੂੰ ਬੇਨਤੀ ਕੀਤੀ, ਕਹਿੰਦੇ ਮਹਾਰਾਜ ਨੂੰ ਕਹੋ ਜਾ ਕੇ ਵੀ ਮੀਂਹ ਰੋਕਣ। ਡੱਲੇ ਨੇ ਫਿਰ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਵਾਲਾ ਤਰੀਕਾ ਹੀ ਵਰਤ ਲੈ, ਜਿਵੇਂ ਮੀਂਹ ਪਵਾਇਆ ਸੀ, ਇੰਦਰ ਨੂੰ 7 ਜੁੱਤੀਆਂ ਮਾਰ ਕੇ ਬਾਹਰ ਜਾ, ਜੁੱਤੀ ਲਾ ਤੇ ਇੰਦਰ ਵੱਲ ਚਲਾ ਕੇ ਮਾਰ 7 ਵਾਰੀ, ਤੇ ਨਾਲੇ ਉਹਨੂੰ ਸਾਡਾ ਹੁਕਮ ਸੁਣਾ ਦੇ ਵੀ ਮੀਂਹ ਬੰਦ ਕਰ ਦੇ ਹੁਣ, ਬਸ ਹੋਰ ਲੋੜ ਨਹੀਂ। ਡੱਲੇ ਨੇ ਇਵੇਂ ਕੀਤਾ। ਸਾਰੀਆਂ ਸੰਗਤਾਂ ਬੜੀਆਂ ਖੁਸ਼। ਸਤਿਗੁਰੂ ਜੀ ਦੀ ਮਹਿਮਾ ਘਰ ਘਰ ਫੈਲੀ ਹੋਈ ਹੈ। ਇੱਥੋਂ ਤੱਕ ਆਪਾਂ ਬੀਤੇ ਕੱਲ ਇਤਿਹਾਸ ਸਰਵਣ ਕਰ ਚੁੱਕੇ ਹਾਂ। ਆਓ ਅੱਗੇ ਜਿਵੇਂ ਸਤਿਗੁਰੂ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਹੈ, ਸੋ ਸੰਗਤਾਂ ਤੱਕ ਜਿਵੇਂ ਉਹਨਾਂ ਨੇ ਪਹੁੰਚਾਇਆ ਹੈ, ਬੜੇ ਪਿਆਰ ਦੇ ਨਾਲ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਇਹ ਅਗਲਾ ਪ੍ਰਸੰਗ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸੁਧ ਸੁਧ ਕਾਰਿ ਕਿਸ ਨਿਕਟ ਤੇ ਸਿੰਘਨ ਕਹਿਓ ਸੁਨਾਏ। ਸਤਿਗੁਰੂ ਸਾਹਿਬ ਜੀ ਦੇ
ਜਿਹੜੇ ਨੇੜਲੇ ਰਹਿਣ ਵਾਲੇ ਸਿੰਘ ਹਨ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ, ਉਹਨਾਂ ਨੇ ਕਿਸੇ ਕੋਲੋਂ ਸੁੱਧ ਸੁਣੀ, ਖਬਰ ਸੁਣੀ। ਕਿਸੇ ਕੋਲੋਂ ਖਬਰ ਸੁਣ ਕੇ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਦਿੱਤੀ। ਜੇ ਦਸਤਨਾ ਪੁਰੀ ਕੋ ਸੂਬਾ ਬਹੁਤ ਦੁਖ ਲਾਏ। ਕਹਿਣ ਲੱਗੇ ਮਹਾਰਾਜ, ਜੇਰ ਦਸਤ ਖਾਨ ਜਿਹੜਾ ਲਾਹੌਰ ਦਾ ਲਾਹੌਰ ਦਾ ਸੂਬਾ ਨਾ, ਉਹ ਬੜਾ ਦੁਖਦਾਈ ਹੈ, ਬਹੁਤ ਦੁੱਖ ਦਿੰਦਾ ਹੈ ਪ੍ਰਜਾ ਨੂੰ। ਜੋ ਪਈ ਸੰਗਤ ਸ਼ੀਨ ਲਈ ਤੇ ਆਵਤਾ। ਮਹਾਰਾਜ ਸੱਚੇ ਪਾਤਸ਼ਾਹ ਉਹਦੇ ਪ੍ਰਜਾ ਦੇ ਲੋਕ ਤਾਂ ਉਹ ਤੋਂ ਦੁਖੀ ਹੈਗੇ ਹੀ ਹੈਗੇ ਆ। ਆਪ ਜੀ ਦੇ ਦਰਸ਼ਨ ਕਰਨ ਹਿਤ ਜਿਹੜੀ ਸੰਗਤ ਆਉਂਦੀ ਆ ਨਾ ਪੱਛਮ ਦੇ ਵੱਲੋਂ, ਉਹ ਸੰਗਤ ਨੂੰ ਵੀ ਆਉਂਦਿਆਂ ਹੋਇਆ ਘੇਰ ਲੈਂਦਾ ਹੈ। ਔਰ ਆਪ ਜੀ ਵਾਸਤੇ ਸੰਗਤ ਜਿਹੜੀ ਕੀਮਤੀ ਭੇਟਾਵਾਂ ਲੈ ਕੇ ਆਉਂਦੀ ਹੈ, ਉਹ ਸਾਰੀਆਂ ਭੇਟਾਵਾਂ ਰਸਤੇ ਵਿੱਚ ਲਾਹੌਰ ਲੰਘਦਿਆਂ ਸੰਗਤਾਂ ਦੇ ਕੋਲੋਂ ਖੋਹ ਲੈਂਦਾ ਹੈ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ 7 ਦੀਪਾਂ ਦੇ ਵਿੱਚ 9 ਖੰਡਾਂ ਦੇ ਵਿੱਚ ਭਰਮਣ ਕਰਕੇ ਗੁਰੂ ਸਾਹਿਬ ਜੀ ਨੇ ਸਿੱਖੀ ਨੂੰ ਇੰਨਾ ਫੈਲਾ ਦਿੱਤਾ, ਧਰਮ ਦਾ ਇੰਨਾ ਪ੍ਰਚਾਰ ਕਰ ਦਿੱਤਾ ਕਿ ਪੂਰੇ ਭਾਰਤ ਵਰਸ਼ ਦੇ ਕੋਨੇ-ਕੋਨੇ ਤੋਂ, ਦੂਰ ਦਰਾਡੇ ਇਲਾਕਿਆਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਸਨ। ਪਹਿਲਾਂ ਆਨੰਦਪੁਰ ਸਾਹਿਬ ਆਉਂਦੀਆਂ, ਜਦੋਂ ਪਤਾ ਲੱਗਿਆ ਸਤਿਗੁਰੂ ਜੀ ਆਨੰਦਪੁਰ ਛੱਡ ਗਏ, ਸਰਸਾ ਦੇ ਉੱਤੇ ਪਰਿਵਾਰ ਵਿਛੋੜਾ ਹੋ ਗਿਆ, ਜਿਹਨੂੰ ਪਤਾ ਲੱਗਦਾ ਨਾ, ਉਹ ਮਾਲਵੇ ਦੀ ਧਰਤੀ ਦੇ ਉੱਤੇ ਆ ਕੇ ਸੰਗਤਾਂ ਲੱਭ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੀਆਂ। ਸਤਿਗੁਰੂ ਸਾਹਿਬ ਜੀ ਨੇ ਆਪ ਆਪਣੇ ਸ਼ਬਦਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਲੱਖੀ ਜੰਗਲ ਖਾਲਸਾ ਆਏ ਦੀਦਾਰ ਦਿੱਤੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਘਾਹੋ ਮੁੱਤੋ ਨੇ। ਜਿਵੇਂ ਕਹਿੰਦੇ ਮਈਆਂ ਚਾਰਨ ਵਾਲੇ ਉਹ ਮੇਹੀ ਦਾ ਆਵਾਜ਼ ਸੁਣ ਕੇ, ਉਹਦਾ ਬੋਲ ਸੁਣ ਕੇ ਉਹ ਮੱਝਾਂ ਗਾਵਾਂ ਭੱਜੀਆਂ ਆਉਂਦੀਆਂ ਨਾ, ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਬਹਿ ਕੇ ਵਚਨ ਕਰਦੇ ਆ। ਸਤਿਗੁਰੂ ਜੀ ਦੀ ਸਿੱਖੀ ਦੀ ਮਹਿਮਾ ਸੁਣ ਕੇ ਸੰਗਤਾਂ ਦੂਰ ਦੁਰਾਡੇ ਇਲਾਕਿਆਂ ਤੋਂ ਵੀ ਆਉਂਦੀਆਂ। ਸਿੰਧ ਦੇ ਇਲਾਕੇ ਵਿੱਚ, ਕਾਬਲ ਕੰਧਾਰ ਦੇ ਇਲਾਕੇ ਵਿੱਚ ਬਹੁਤ ਸਿੱਖੀ ਪਸਰੀ ਹੋਈ ਸੀ, ਔਰ ਅੱਜ ਵੀ ਉਹਨਾਂ ਇਲਾਕਿਆਂ ਵਿੱਚ ਬਹੁਤ ਭਾਵਨਾ ਹੈ ਗੁਰੂ ਘਰ ਦੇ ਉੱਤੇ। ਭਾਵੇਂ ਕਿ 47 ਤੋਂ ਬਾਅਦ ਪੰਜਾਬ ਦੀ 2 ਹਿੱਸਿਆਂ ਦੇ ਵਿੱਚ ਵੰਡ ਹੋ ਗਈ ਤੇ ਇਹ ਜਿਹੜੀਆਂ ਲਕੀਰਾਂ ਸਰਹੱਦਾਂ ਵੱਜ ਗਈਆਂ, ਆਉਣਾ ਜਾਣਾ ਜਿਹੜਾ ਸੁਖਾਲਾ ਨਾ ਰਿਹਾ, ਪਰ ਫਿਰ ਵੀ ਭਾਵਨਾ ਅੱਜ ਵੀ ਸਾਰਿਆਂ ਦੇ ਮਨਾਂ ਵਿੱਚ ਉਹੀ ਹੈ। ਇੱਧਰਲੇ ਸਿੱਖਾਂ ਦੀ ਵੀ ਭਾਵਨਾ ਹੁੰਦੀ ਹੈ ਨਨਕਾਣਾ ਸਾਹਿਬ ਜਾ ਕੇ ਦਰਸ਼ਨ ਕਰੀਏ, ਤੇ ਉੱਧਰਲੇ ਸਿੱਖ ਵੀ ਇਹ ਭਾਵਨਾ ਰੱਖਦੇ ਆ ਵੀ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ, ਹਜ਼ੂਰ ਸਾਹਿਬ ਦੇ, ਪਟਨਾ ਸਾਹਿਬ ਦੇ ਦਰਸ਼ਨ ਕਰਨ ਦਾ ਕਦੇ ਸੁਭਾਗਾ ਸਮਾਂ ਮਿਲੇ। ਤੇ ਉਹਨਾਂ ਵੇਲਿਆਂ ਦੇ ਵਿੱਚ ਇਹ ਸਰਹੱਦਾਂ ਨਹੀਂ ਸਨ, ਪਰ ਰਸਤੇ ਵਿੱਚ ਇਹ ਜਿਹੜਾ ਲਾਹੌਰ ਸ਼ਹਿਰ ਪੈਂਦਾ ਸੀ, ਇਸ ਰਸਤੇ ਸੰਗਤ ਨੂੰ ਲੰਘ ਕੇ ਆਉਣਾ ਪੈਂਦਾ ਸੀ ਸਿੰਧ ਵਾਲੇ ਪਾਸਿਓਂ। ਜਦੋਂ ਇੱਥੋਂ ਲੰਘਦੇ, ਇੱਥੋਂ ਦਾ ਜਿਹੜਾ ਸੂਬਾ ਸੀ ਉਹਦਾ ਨਾਂ ਜ਼ੇਰ ਦਸਤ ਆਇਆ ਹੈ। ਜ਼ੇਰ ਦਸਤ ਉਹ ਸੰਗਤ ਨੂੰ ਲੁੱਟ ਲੈਂਦਾ ਸੀ। ਸੰਗਤ ਦੇ ਪਾਸੋਂ ਕੀਮਤੀ ਭੇਟਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਵਾਸਤੇ ਸੰਗਤਾਂ ਲੈ ਕੇ ਆਉਂਦੀਆਂ, ਉਹ ਰਸਤੇ ਵਿੱਚ ਖੋਹ ਲੈਂਦਾ। ਇਹ ਗੱਲ ਸਿੰਘਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਦੱਸੀ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਪ ਜੀ ਦਾ ਨਾਂ ਸੁਣ ਲੈਂਦਾ ਨਾ ਵੀ ਅਸੀਂ ਗੁਰੂ ਦੇ ਦਰਸ਼ਨ ਕਰਨ ਚੱਲੇ ਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ, ਫਿਰ ਤਾਂ ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਨਹੀਂ ਬਖਸ਼ਦਾ, ਸਭ ਕੁਝ ਲੁੱਟ ਲੈਂਦਾ ਹੈ। ਇੱਕ ਦਿਨ ਤਾਂ ਸਿੰਘਾਂ ਨੇ ਇਹ ਖਬਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦਿੱਤੀ। ਫਿਰ ਕੁਝ ਕੁ ਦਿਨਾਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਫਿਰ ਕਿਸੇ ਨੇ ਆ ਕੇ ਦੱਸਿਆ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸਰਹੰਦ ਦਾ ਸੂਬਾ ਵਜੀਦ ਖਾਨ ਹੈ, ਮਹਾਰਾਜ ਸੱਚੇ ਪਾਤਸ਼ਾਹ ਅੱਗੇ ਤਾਂ ਖਬਰਾਂ ਮਿਲੀਆਂ ਸੀ ਵੀ ਲਾਹੌਰ ਦਾ ਸੂਬਾ ਸੰਗਤ ਨੂੰ ਲੁੱਟ ਲੈਂਦਾ ਹੈ, ਤੇ ਇੱਧਰਲੇ ਪਾਸੇ ਤੋਂ ਸੰਗਤ ਆਉਂਦੀ ਹੈ, ਸਰਹੰਦ ਲੰਘ ਕੇ ਜਿਹੜੀ ਸੰਗਤ ਆਉਂਦੀ ਹੈ ਉਹਨੂੰ ਸਰਹੰਦ ਦਾ ਸੂਬਾ ਵੀ ਲੁੱਟ ਲੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹ ਮੂੜ ਹੈ, ਮੂਰਖ ਹੈ ਤੇ ਕੁਤਤਸਤ, ਬੜਾ ਜਿਹੜਾ ਖੋਟਾ ਕਰਮ ਕਰਦਾ ਹੈ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੀਰ ਰਸ ਵਿੱਚ ਆ ਕੇ, ਰੋਸ ਵਿੱਚ ਆ ਕੇ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਿੰਘੋ ਤੁਸੀਂ ਕਰਦੇ ਕੀ ਹੋ? ਜਿਹੜਾ ਆਉਂਦਾ ਮੇਰੇ ਕੋਲ ਇਹੀ ਖਬਰ ਦਿੰਦਾ ਹੈ, ਇਹੀ ਮੈਂ ਸੁਣ ਰਿਹਾ ਤੁਹਾਡੇ ਤੋਂ ਵੀ ਲਾਹੌਰ ਦੇ ਸੂਬੇ ਨੇ ਸੰਗਤ ਤੋਂ ਖੋਹ ਲਿਆ, ਔਰ
ਸਰਹੰਦ ਦੇ ਸੂਬੇ ਨੇ ਸੰਗਤ ਤੋਂ ਖੋਹ ਲਿਆ, ਤੁਸੀਂ ਇਹੋ ਹੀ ਖਬਰਾਂ ਦੇ ਰਹੇ ਹੋ। ਇਸ ਵਿਦ ਆਨ ਕਹਿਤ ਨੈ ਕੋ, ਪਰ ਇਸ ਤਰੀਕੇ ਨਹੀਂ ਆ ਕੇ ਕੋਈ ਵੀ ਕਹਿੰਦਾ ਹੈ। ਸੰਗਤ ਸ਼ੀਨੀ ਭਾਗਤ ਸੋ, ਸਾਰੇ ਇਹੀ ਕਹੀ ਜਾਂਦੇ ਹੋ ਵੀ ਸੰਗਤ ਲੁੱਟੀ ਗਈ, ਸੰਗਤ ਲੁੱਟੀ ਗਈ। ਕੋਈ ਇਹ ਵੀ ਆ ਕੇ ਦੱਸੇ ਨਾ ਵੀ ਸੂਬੇ ਕੋ ਸੰਗਤ ਨੇ ਖੋਸਾ, ਵੀ ਸੂਬੇ ਨੂੰ ਸੰਗਤ ਨੇ ਲੁੱਟ ਲਿਆ। ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਆ ਕੇ? ਇੰਨੇ ਨਿਰਬਲ, ਇੰਨੇ ਕਮਜ਼ੋਰ ਗੁਰੂ ਕੇ ਸਿੰਘੋ ਕਿਉਂ ਹੋ ਗਏ ਹੋ? ਇਹੋ ਜਿਹੀਆਂ ਖਬਰਾਂ ਕਿਉਂ ਦਿੰਦੇ ਹੋ? ਉਨ ਸਭ ਹਿਨ ਕੋ ਕਹਿਓ ਸੁਨਾਏ, ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਕਹਿ ਕੇ ਸੁਣਾਉਣ ਲੱਗੇ। ਸਾਚ ਕਹੈ ਸੁਖ ਸਿਖ ਜੂਤ ਸਮੁਦਾਏ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸੱਚੀ ਗੱਲ ਕਹਿੰਦੇ ਆ, ਸਾਰੀ ਸਿੱਖ ਸੰਗਤ, ਸਾਰੇ ਸਿੱਖ ਜਿਹੜੇ ਆ ਇਹ ਧਿਆਨ ਦੇ ਨਾਲ ਸੁਣ ਲਵੋ। ਨੀਤੀ ਨੌ ਸਤਿਗੁਰ ਪਾਤਸ਼ਾਹੇ, ਕਹਿੰਦੇ ਬੀਤੇ ਸਮੇਂ ਵਿੱਚ 9 ਪਾਤਸ਼ਾਹੀਆਂ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੱਕ ਹੋਈਆਂ ਹਨ, ਰਾਣੇ ਉਪਦੇਸ਼ਿਓ ਸੰਗਤ ਮਾਹੇ, ਪਰ ਕਿਸੇ ਨੇ ਵੀ ਵਿਸ਼ੇਸ਼ ਕਰਕੇ ਸੰਗਤ ਨੂੰ ਰਣ ਦੇ ਵਾਸਤੇ, ਲੜਨ ਦੇ ਵਾਸਤੇ ਬਹੁਤਾ ਉਪਦੇਸ਼ ਨਹੀਂ ਕੀਤਾ। ਹਾਲਾਂਕਿ 6ਵੇਂ ਜਾਮੇ ਵਿੱਚ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ 6ਵੇਂ ਪਾਤਸ਼ਾਹ ਨੇ ਸ਼ਸਤਰ ਧਾਰਨ ਕੀਤੇ, ਅਕਾਲ ਤਖਤ ਸਾਹਿਬ ਦੀ ਸਾਜਨਾ ਕੀਤੀ, ਮੀਰੀ ਪੀਰੀ ਦੀਆਂ 2 ਤਲਵਾਰਾਂ, ਘੋੜ ਸਵਾਰ ਫੌਜਾਂ ਰੱਖੀਆਂ, ਪੈਂਦੇ ਖਾਂ ਵਰਗੇ ਜਰਨੈਲ ਰੱਖੇ, ਬੜੀ ਸੰਗਤਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਵਾਇਆ। ਪਰ ਖਾਲਸਾ ਜੀ ਇਹ ਇਤਿਹਾਸ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਦੇ ਕਿਸੇ ਤੇ ਚੜ੍ਹ ਕੇ ਤਾਂ ਨਹੀਂ ਗਏ ਨਾ, ਕਦੇ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਦੇ ਇਤਿਹਾਸ ਵਿੱਚ ਆਪ ਜੀ ਨੇ ਪੜ੍ਹਿਆ ਸੁਣਿਆ ਹੋਵੇਗਾ ਕਿ ਸਤਿਗੁਰੂ ਜੀ ਨੇ ਲਾਹੌਰ ਵੱਲ ਚੜ੍ਹਾਈ ਕਰ ਦਿੱਤੀ। ਨਹੀਂ ਭਾਈ, ਜਿਹੜੇ ਚੜ੍ਹ ਕੇ ਆਏ ਲਾਹੌਰ ਤੋਂ, ਪਹਿਲੀ ਜੰਗ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ, ਉਸ ਤੋਂ ਬਾਅਦ 4 ਜੰਗਾਂ, ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਜੰਗ, ਕਰਤਾਰਪੁਰ ਜਲੰਧਰ ਦੀ ਜੰਗ, ਔਰ ਇਸੇ ਪ੍ਰਕਾਰ ਮਾਲਵੇ ਦੇ ਵਿੱਚ, ਬਾਈਏ ਦੇ ਵਿੱਚ ਮਹਾਰਾਜ ਦੀ ਜੰਗ। 4 ਜੰਗਾਂ ਸਤਿਗੁਰੂ ਜੀ ਨੇ ਲੜੀਆਂ, ਪਰ ਕਿਸੇ ਉੱਤੇ ਵੀ ਕਦੇ ਚੜ੍ਹ ਕੇ ਨਹੀਂ ਗਏ ਸਨ। ਆਇਆਂ ਨੂੰ ਮੂੰਹ ਤੋੜਵਾਂ ਜਵਾਬ ਜ਼ਰੂਰ ਦਿੱਤਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜ਼ਿਆਦਾਤਰ ਸਮਾਂ 9ਵੀਂ ਪਾਤਸ਼ਾਹੀ ਤੱਕ ਸ਼ਾਂਤਮਈ ਹੀ ਰਿਹਾ। ਸੇਵਾ ਕਰਨੀ ਭਾਉ ਵਿਸਾਲਾ, ਸੰਗਤ ਦੇ ਵਿੱਚ ਇਹ ਭਾਵਨਾ ਪੈਦਾ ਕੀਤੀ ਗਈ ਵੀ ਸੇਵਾ ਕਰਨੀ ਚਾਹੀਦੀ ਹੈ ਔਰ ਬਹੁਤ ਪ੍ਰੇਮ ਧਾਰਨ ਕਰਨਾ ਚਾਹੀਏ। ਜਪੋ ਨਾਮ ਪਕਰਾਈ ਮਾਲਾ, ਨਾਮ ਜਪਦੇ ਰਹੋ। ਇਸ ਕਰਕੇ ਮਾਲਾ ਫੜਾ ਦਿੱਤੀਆਂ ਸਿੱਖਾਂ ਦੇ ਹੱਥਾਂ ਵਿੱਚ। ਅਬ ਮੈਂ ਚੰਡੀ ਪਾਠ ਪੜਾਵਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਪਰ ਹੁਣ ਸਮਾਂ ਬਦਲ ਗਿਆ, ਹਾਲਾਤ ਬਦਲ ਗਏ ਹੈ। ਕਹਿੰਦੇ ਹੁਣ ਪਹਿਲਾਂ ਅਸੀਂ ਹੱਥਾਂ ਵਿੱਚ ਮਾਲਾ ਫੜਾਈਆਂ, ਸੰਗਤ ਨੂੰ ਪ੍ਰੇਮ ਬਾਣੀ ਦਾ ਉਪਦੇਸ਼ ਦਿੱਤਾ, ਪਰ ਕਹਿੰਦੇ ਹੁਣ ਅਸੀਂ ਚੰਡੀ ਦੀ ਵਾਰ ਦਾ ਪਾਠ ਸੰਗਤਾਂ ਨੂੰ ਪੜ੍ਹਾਉਂਦੇ ਹਾਂ ਵੀਰ ਰਸ ਪੈਦਾ ਕਰਨ ਵਾਸਤੇ। ਸਿੰਘ ਨਾਮ ਤਾਰੇ ਸ਼ਸਤਰ ਕਹਾਵਾਂ, ਔਰ ਸਿੱਖਾਂ ਦਾ ਨਾਮ ਮੈਂ ਹੁਣ ਸਿੰਘ ਧਰ ਦਿੱਤਾ ਤੇ ਇਹਨਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਰਿਹਾ ਹਾਂ। ਲਘੂ ਚਿੜੀਆਂ ਤੇ ਬਾਜਤ ਆਵਾਂ, ਲਘੂ ਛੋਟੀਆਂ ਛੋਟੀਆਂ ਜਿਹੜੀਆਂ ਚਿੜੀਆਂ ਉਹਨਾਂ ਤੋਂ ਮੈਂ ਬਾਜਾਂ ਨੂੰ ਤੜਾਵਾਂਗਾ। ਮਰਦ ਮਿਲਾਏ ਕਰਦ ਦਿਖਰਾਵਾਂ, ਵੱਡੇ ਵੱਡੇ ਜਿਹੜੇ ਸੂਬੇ ਵਰਗੇ ਆਪਣੇ ਆਪ ਨੂੰ ਮਰਦ ਕਹਾਉਂਦੇ ਆ, ਉਹਨਾਂ ਮਰਦਾਂ ਨੂੰ ਗਰਦ ਦੇ ਵਿੱਚ ਮਿਲਾ ਦੇਣਗੇ ਮੇਰੇ ਸਿੱਖ। ਇਹਨਾਂ ਵਿੱਚ ਇਹੋ ਜਿਹੀ ਸਪਿਰਿਟ, ਐਸੀ ਭਾਵਨਾ ਪੈਦਾ ਕਰ ਦੇਣੀ ਹੈ, ਜਿਹੜੇ ਆਪਣੇ ਆਪ ਨੂੰ ਮਰਦ ਸੂਰਮੇ ਬਹਾਦਰ ਕਹਾਉਣ ਵਾਲੇ ਆ, ਤੁਰਕ, ਉਹਨਾਂ ਨੂੰ ਗਰਦ ਵਿੱਚ ਮਿੱਟੀ ਵਿੱਚ ਮਿਲਾ ਦੇਣਗੇ ਸਿੰਘ। ਖੰਡੇ ਕੀ ਪਾਹੁਲ ਜੋਲੇ, ਜਿਹੜਾ ਵੀ ਸਿੰਘ, ਜਿਹੜਾ ਵੀ ਸਿੱਖ ਆ ਕੇ ਖੰਡੇ ਦੀ ਪਾਹੁਲ ਪੀਵੋ, ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਖੰਡੇ ਦੀ ਪਾਹੁਲ ਲਵੇਗਾ। ਸਿੰਘ ਨਾਮ ਤਰਵਾਵੇ ਜੇ, ਉਹੀ ਸਿੰਘ ਨਾਮ ਧਰਵਾ ਲਵੇਗਾ। ਉਹਦੇ ਨਾਮ ਦੇ ਨਾਲ ਦਾਸ ਚੰਦ ਰਾਮ ਤੋਂ ਬਦਲ ਕੇ ਸਿੰਘ ਲਾ ਦਿੰਦੇ ਹਾਂ ਅਸੀਂ। ਸੋ ਸ਼ਸਤਮ ਤੇ ਸ਼ੂਸ਼ਨਾ ਰਹਿ, ਤੇ ਭਾਈ ਜਿਹੜਾ ਅੰਮ੍ਰਿਤਧਾਰੀ ਹੋ ਗਿਆ, ਜਿਹਦੇ ਨਾਮ ਦੇ ਨਾਲ ਸਿੰਘ ਕੌਰ ਲੱਗ ਗਿਆ, ਸਤਿਗੁਰੂ ਜੀ ਕਹਿੰਦੇ ਉਹਨਾਂ ਵਾਸਤੇ ਉਪਦੇਸ਼ ਹੈ ਕਿ ਉਹ ਸ਼ਸਤਰ ਤੋਂ ਹੀਣਾ ਨਾ ਰਹੇ, ਕਦੇ ਸ਼ਸਤਰਾਂ ਤੋਂ ਖਾਲੀ ਨਾ ਰਹੇ, ਹਥਿਆਰਬੰਦ ਤਿਆਰ ਬਰ ਤਿਆਰ ਰਹੇ ਹਮੇਸ਼ਾ। ਬਹੁ ਅਭਿਆਸ ਨਿਤਾ ਪ੍ਰਤ ਗਹਿ, ਤੇ ਨਿੱਤਾ ਪ੍ਰਤੀ ਜੰਗ ਦਾ ਅਭਿਆਸ ਕਰਦਾ ਰਹੇ। ਇਸਨ ਕੋ ਬਹੁ ਅਦਬਰ ਕੀਜੈ, ਇਸ ਪ੍ਰਕਾਰ ਕੇਸਾਂ ਦਾ ਵੀ ਬਹੁਤ ਅਦਬ ਰੱਖੋ ਸੰਗਤ ਜੀ। ਕੇਸ ਗੁਰੂ ਕੀ ਮੋਹਰ ਹਨ, ਇਸ ਕਰਕੇ ਸਾਬਤ ਸੂਰਤ ਰਹਿਣਾ, ਕੇਸਾਂ ਦਾ ਅਦਬ ਕਰਨਾ ਚਾਹੀਦਾ ਹੈ। ਮੇਰੀ ਸਿਰ ਪਰ ਛਾਪ ਲਕੀਜੈ,
ਦੀਜੈ। ਹਾਂ, ਜਿਹੜੇ ਕੇਸ ਹੈ ਇਹਨਾਂ ਨੂੰ ਮੋਹਰ ਜਾਣੇ, ਮੇਰੀ ਛਾਪ ਜਾਣੋ ਸਿਰ ਦੇ ਉੱਤੇ। ਹੁਣ ਡੱਲੇ ਸਨ ਹੁਕਮ ਬਖਾਨਾ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਾਈ ਡੱਲੇ ਨੂੰ ਹੁਕਮ ਕੀਤਾ। ਕਹਿ ਕਹਿ ਲਾਠੀ ਬਹੁ ਨਰ ਪਾਨਾ। ਕਹਿੰਦੇ ਭਾਈ ਡੱਲਿਆ, ਤੇਰੇ ਵਾਸਤੇ ਹੁਕਮ ਹੈ, ਹੱਥਾਂ ਵਿੱਚ ਲਾਠੀਆਂ ਫੜ ਲਓ, ਸੋਟੀਆਂ ਚੁੱਕ ਲਓ ਤੇ ਆਪਣੇ ਨਾਲ ਬਹੁਤ ਸਾਰੇ ਆਪਣੇ ਬੰਦੇ ਲੈ ਜਾ। ਏਕ ਸ਼ੀਨ ਦੇ ਸੰਗਤ ਜਾਓ। ਕਹਿੰਦੇ ਜਾਓ, ਰਸਤੇ ਦੇ ਵਿੱਚ ਸੰਗਤ ਕੁਝ ਦਰਸ਼ਨ ਕਰਨ ਵਾਸਤੇ ਆ ਰਹੀ ਹੈ ਤੇ ਉਹਨਾਂ ਨੂੰ ਜਾ ਕੇ ਤੂੰ ਲੁੱਟਣਾ ਹੈ। ਉਹ ਸੰਗਤ ਨੂੰ ਘੇਰ ਕੇ ਉਹਨਾਂ ਦੇ ਕੋਲ ਜੋ ਕੁਝ ਵੀ ਸਾਨੂੰ ਭੇਟਾ ਕਰਨ ਵਾਸਤੇ ਲੈ ਕੇ ਆਉਣ, ਭਾਈ ਡੱਲੇ ਉਹ ਲੁੱਟ ਲਵੋ। ਲਿਓ ਵਸਤ ਸੋ ਨਹੀਂ ਗਵਾਓ। ਪਰ ਧਿਆਨ ਰੱਖਿਓ, ਜਿਹੜੀਆਂ ਚੀਜ਼ਾਂ ਸੰਗਤ ਤੋਂ ਤੁਸੀਂ ਲਓਗੇ ਉਹਨਾਂ ਨੂੰ ਗਵਾਉਣਾ ਨਹੀਂ, ਉਹ ਮੇਰੇ ਕੋਲ ਭੇਜਣੀਆਂ, ਸਾਂਭ ਕੇ ਰੱਖਣੀਆਂ। ਉਹਨਾਂ ਵਿੱਚੋਂ ਕੋਈ ਵੀ ਗੁੰਮਣੀ ਨਹੀਂ ਚਾਹੀਦੀ ਚੀਜ਼। ਆਪ ਸੰਗਰਾਮ ਕਰਨ ਸਿਖਾਣਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਕਿਉਂ ਕਹਿ ਰਹੇ ਹੈ? ਕਿਉਂਕਿ ਨਿੱਤਾ ਪ੍ਰਤੀ ਕੋਈ ਨਾ ਕੋਈ ਸਿੱਖ ਆ ਕੇ ਖਬਰ ਦੇ ਦਿੰਦਾ ਸੀ, ਸਰਹੰਦ ਦੇ ਸੂਬੇ ਨੇ ਸੰਗਤ ਲੁੱਟ ਲਈ ਜੀ, ਲਾਹੌਰ ਦੇ ਸੂਬੇ ਨੇ ਸੰਗਤ ਲੁੱਟ ਲਈ। ਸਤਿਗੁਰੂ ਸੱਚੇ ਪਾਤਸ਼ਾਹ ਜਾਣ ਬੁੱਝ ਕੇ ਸੰਗਤਾਂ ਨੂੰ ਯੁੱਧ ਕਰਨਾ ਸਿਖਾ ਰਹੇ ਆ, ਵੀ ਲੜਨਾ ਕਿਵੇਂ ਆ ਦੁਸ਼ਮਣ ਦੇ ਨਾਲ। ਭਾਈ ਡੱਲੇ ਨੂੰ ਜਾਣ ਬੁੱਝ ਕੇ ਭੇਜ ਰਹੇ ਆ ਵੀ ਸੰਗਤ ਆ ਰਹੀ ਹੈ, ਇੱਥੋਂ 10-12 ਕੋਹ ਪਿੱਛੇ ਹੈ, ਜਦੋਂ ਨੂੰ ਇੱਥੇ ਆਉਣਗੇ ਥੋੜਾ ਜਿਹਾ ਪਿਛਾਂ ਤੇ ਤੁਸੀਂ ਰਸਤੇ ਵਿੱਚ ਜਾ ਕੇ ਬਹਿ ਜਾਓ ਤੇ ਉੱਥੇ ਸੰਗਤ ਨੂੰ ਲੁੱਟ ਲੈਣਾ। ਪਰ ਧਿਆਨ ਰੱਖਣਾ ਵੀ ਜਿਹੜੀਆਂ ਚੀਜ਼ਾਂ, ਜਿਹੜੀਆਂ ਵਸਤੂਆਂ ਲੁੱਟੋਗੇ ਉਹਨਾਂ ਨੂੰ ਗਵਾਉਣਾ ਨਹੀਂ, ਉਹਨਾਂ ਨੂੰ ਸਾਂਭ ਕੇ ਰੱਖਣਾ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਸੰਗਰਾਮ ਕਰਨ ਦੇ ਵਾਸਤੇ, ਯੁੱਧ ਕਰਨ ਵਾਸਤੇ ਸਿੱਖਿਆ ਦਿੰਦੇ ਹਨ। ਤੇ ਹੀ ਤੁਰਕਨ ਮਰਵਾਣਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਡੱਲੇ, ਇਹ ਇੱਕ ਬਹਾਨਾ ਬਣਾਉਣਾ, ਇਹਨਾਂ ਨੂੰ ਲੜਨ ਦੀ ਇਹਨਾਂ ਵਿੱਚ ਭਾਵਨਾ ਪੈਦਾ ਕਰਨੀ ਆ। ਇਹਨਾਂ ਸਿੱਖਾਂ ਤੋਂ ਹੀ, ਇਹਨਾਂ ਸੰਗਤਾਂ ਤੋਂ ਹੀ ਮੈਂ ਤੁਰਕਾਂ ਨੂੰ ਮਰਵਾਵਾਂਗਾ। ਕਹਿ ਪਠਿਓ ਸੰਗਤਾਂ ਮਾਹੇ। ਇੱਧਰ ਤਾਂ ਭਾਈ ਡੱਲੇ ਨੂੰ ਕਹਿਤਾ ਵੀ ਜਾ ਕੇ ਸੰਗਤ ਨੂੰ ਲੁੱਟ ਲੈ, ਉਧਰ ਜਿਹੜੀ ਸੰਗਤ ਆ ਰਹੀ ਸੀ ਅਗਾਊਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੰਗਤ ਨੂੰ ਵੀ ਸੁਨੇਹਾ ਭੇਜ ਦਿੱਤਾ। ਇਹ ਬਰਾੜ ਹੁਕਮ ਮੈਂ ਨਾਹੇ। ਕਹਿੰਦੇ ਭਾਈ ਮੈਂ ਇਹ ਬਰਾੜਾਂ ਕੋਲੇ ਰਹਿੰਦਾ ਤਾਂ ਜ਼ਰੂਰ ਹਾਂ, ਪਰ ਇਹ ਬਰਾੜ ਆ ਨਾ ਜਿਹੜੇ, ਇਹ ਮੇਰੇ ਹੁਕਮ ਵਿੱਚ ਨਹੀਂ ਹਨ। ਆਹੋ ਵਿਚਾਰੀ ਤੇਰੇ ਸਥਾਨਾ। ਬਸ ਮੈਂ ਤਾਂ ਪ੍ਰਾਹੁਣਚਾਰੀ ਕਰਕੇ ਹੀ ਬਸ ਇੱਥੇ ਇਹਨਾਂ ਕੋਲੇ ਰੁਕਿਆ ਹੋਇਆ, ਬਾਕੀ ਇਹ ਮੇਰੀ ਗੱਲ ਨਹੀਂ ਮੰਨਦੇ ਕੋਈ ਵੀ। ਆਹੋ ਅਗਰ ਮਨੋ ਸਵਧਾਨਾ। ਤੇ ਤੁਸੀਂ ਆ ਜਾਓ, ਇਹਨਾਂ ਦਾ ਭਰੋਸਾ ਨਾ ਕਰਿਓ ਬਰਾੜਾਂ ਦਾ, ਤੁਹਾਨੂੰ ਰਾਹ 'ਚ ਲੁੱਟ ਵੀ ਸਕਦੇ ਆ। ਸੋ ਤੁਸੀਂ ਬੜੇ ਸਾਵਧਾਨ ਹੋ ਕੇ ਅੱਗੇ ਆਓ। ਵਸਤੂ ਨਹੀਂ ਕੁਸਾਵਨ ਕਰੀਏ। ਜਿਹੜੀ ਵੀ ਕੋਈ ਤੁਹਾਡੇ ਕੋਲ ਚੀਜ਼ ਵਸਤੂ ਆ ਨਾ, ਕੋਈ ਵੀ ਚੀਜ਼ ਖੋ ਕੇ ਨਾ ਲੈ ਜਾਣ ਇਹ ਬਰਾੜ ਤੁਹਾਡੇ ਤੋਂ, ਇਸ ਗੱਲ ਦਾ ਧਿਆਨ ਰੱਖਣਾ। ਪੁਰਸ਼ਾਰਥ ਆਪਣੇ ਮੈਂ ਧਈਏ। ਇਹ ਸੁਨੇਹਾ ਭੇਜ ਦਿੱਤਾ ਵੀ ਆਪਣੇ ਵਿੱਚ ਪੁਰਸ਼ਾਰਥ ਧਾਰਨ ਕਰਕੇ ਰੱਖਣਾ, ਆਪਣੇ ਵਿੱਚ ਹਿੰਮਤ ਧਾਰਨ ਕਰਕੇ, ਆਪਣੇ ਵਿੱਚ ਬਲ ਧਾਰ ਕੇ ਤੁਸੀਂ ਆਉਣਾ, ਕੋਈ ਚੀਜ਼ ਤੁਹਾਡੇ ਤੋਂ ਖੋ ਨਾ ਲੈਣ ਬਰਾੜ। ਇਕ ਤੇ ਡੱਲਾ ਲੈ ਨਰ ਘਰੇ। ਇੱਧਰ ਭਾਈ ਡੱਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਬਹੁਤ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਉਤ ਸੁਚੇਤ ਕਸ ਘਟ ਸਿਵ ਬਣੇ। ਭਾਈ ਡੱਲਾ ਵੀ ਰਾਹ ਦੇ ਵਿੱਚ ਬਹਿ ਗਿਆ ਘਾਤ ਲਾ ਕੇ, ਤੇ ਇੱਧਰ ਸਤਿਗੁਰੂ ਜੀ ਦਾ ਸੁਨੇਹਾ ਸੁਣ ਕੇ ਸੰਗਤ ਵੀ ਸੁਚੇਤ ਹੋ ਗਈ, ਉਹ ਵੀ ਸਾਵਧਾਨ ਹੋ ਗਏ। ਭਇਓ ਭੇਰ ਦੋਹਾਂ ਨਾ ਜਿਸ ਤੇਰਾ। ਜਦੋਂ ਸੰਗਤ ਪਹੁੰਚੀ, ਸੰਗਤ ਨੇ ਜਦੋਂ ਦਮਦਮਾ ਸਾਹਿਬ ਦੇ ਨੇੜੇ ਪਹੁੰਚੇ ਨਾ, ਉਸ ਵੇਲੇ ਭਾਈ ਡੱਲੇ ਨੇ ਤੇ ਇਹਦੇ ਬਰਾੜ ਸਾਥੀਆਂ ਨੇ ਸੰਗਤ ਨੂੰ ਲੁੱਟਣ ਦੇ ਮਕਸਦ ਦੇ ਨਾਲ ਧਾਵਾ ਬੋਲ ਦਿੱਤਾ। ਉਧਰ ਜਿਹੜੇ ਗੁਰੂ ਕੇ ਸਿੱਖ ਹੈ ਉਹ ਵੀ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ, ਸਤਿਗੁਰੂ ਦਾ ਸੁਨੇਹਾ ਮਿਲਿਆ ਸੀ ਨਾ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮਾਂ ਦੇ ਉੱਤੇ ਫੁੱਲ ਚਾੜਦੇ ਹੋਏ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ। ਦੋਹਾਂ ਦਲਾਂ ਦੇ ਵਿੱਚ ਭਾਈ ਡੱਲਾ ਬਰਾੜ ਤੇ ਜਿਹੜੀ ਸੰਗਤ ਦਰਸ਼ਨ ਕਰਨ ਆ ਰਹੀ ਹੈ, ਦੋਵਾਂ ਦੇ ਵਿੱਚ ਆਪਸ ਦੇ ਵਿੱਚ ਭਾਰੀ ਮੁੱਠ ਭੇੜ ਹੋ ਗਈ। ਇੱਕ ਵਾਰ ਤਾਂ ਬਹੁਤ ਹੀ ਵੱਡਾ ਰੌਲਾ ਪੈ ਗਿਆ, ਬਹੁਤ ਜ਼ਿਆਦਾ ਘਮਸਾਨ ਦਾ ਆਪਸ ਦੇ ਵਿੱਚ ਇਹਨਾਂ ਦਾ ਭੇੜ ਹੋਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਉਸ ਵੇਲੇ ਉੱਚੇ ਥਲ, ਉੱਚੀ ਜਗ੍ਹਾ ਦੇ ਉੱਤੇ, ਦਮਦਮਾ ਸਾਹਿਬ ਅੱਜ ਵੀ ਦਰਸ਼ਨ ਕਰਨ ਜਾਓ ਸੰਗਤ ਜੀ, ਦਮਦਮਾ ਸਾਹਿਬ ਤਖਤ ਸਾਹਿਬ ਬਹੁਤ ਉੱਚੀ ਜਗ੍ਹਾ ਦੇ ਉੱਤੇ ਬਣਿਆ ਹੋਇਆ, ਆਮ ਧਰਤੀ ਨਾਲੋਂ ਕਾਫੀ ਉੱਚੀ ਜਗ੍ਹਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਉੱਚੀ ਜਗ੍ਹਾ ਦੇ ਉੱਤੇ ਬਿਰਾਜ ਰਹੇ ਹਨ। ਉੱਥੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦਿਖਾਈ ਦੇ ਰਿਹਾ ਵੀ ਡੱਲੇ ਨੇ ਸੰਗਤ ਨੂੰ ਘੇਰ ਲਿਆ ਤੇ ਸੰਗਤ ਨੇ ਸਾਡਾ ਵਚਨ ਮੰਨ ਕੇ ਇਹ ਬਰਾੜਾਂ ਦੀਆਂ ਵੀ ਭਾਜੜਾਂ ਪਵਾ ਦਿੱਤੀਆਂ।
ਦੋਵਾਂ ਪਾਸਿਆਂ ਦੇ ਯੋਧਿਆਂ ਨੂੰ ਲੜਦੇ ਹੋਏ ਦੇਖ ਕੇ ਸਤਿਗੁਰੂ ਜੀ ਮੁਸਕਰਾ ਰਹੇ ਹਨ ਦੇਖ ਕੇ। ਇਹ ਕੋਸਤਾ ਉਹ ਨਹੀਂ ਪਸਾਵੈ, ਕਹਿੰਦੇ ਇਹ ਖੋਹਦੇ ਆ, ਬਰਾੜ ਖੋਹਦੇ ਆ ਤੇ ਸੰਗਤ ਖੋਣ ਨਹੀਂ ਦੇ ਰਹੀ। ਫੇਰ ਕਹੇ ਇੱਕ ਚੇਲਤ ਜਾਵੈ, ਇੱਕ ਹਮਲਾ ਕਰਦੇ ਆ, ਦੂਜੇ ਝੱਲਦੇ ਜਾਂਦੇ ਨੇ। ਸ਼ਸਤਰਨ ਮਾਰ ਹੈ ਦੋਨੋਂ ਦਿਸ਼ਮੈ, ਦੋਨੇ ਦਿਸ਼ਾ ਦੇ ਵਿੱਚੋਂ ਦੋਵੇਂ ਤਰਫਾਂ ਤੋਂ ਸ਼ਸਤਰ ਚੱਲ ਰਹੇ ਹਨ। ਬਲ ਕੋ ਕਰਤ ਫਿਰਤ ਆਪਸ ਮੈਂ, ਬਹੁਤ ਬਲ ਕਰਕੇ ਜ਼ੋਰ ਅਜਮਾਇਸ਼ ਕਰਦੇ ਹੋਏ ਆਪਸ ਵਿੱਚ ਭਿੜ ਰਹੇ ਹਨ। ਤੇਰੇ ਨਿਕਟ ਤੈਨ ਗੁਰੂ ਸੁਨਾਵੈ, ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇੜੇ ਹੀ ਖੜੇ ਕਹਿ ਰਹੇ ਹਨ। ਹਿਮ ਤੁਰਕਨ ਸਨ ਜੰਗ ਵਿਚਾਵੈ, ਸਤਿਗੁਰੂ ਜੀ ਕਹਿੰਦੇ ਇਉਂ ਜਿਵੇਂ ਕਹਿੰਦੇ ਹੁਣ ਮੁਕਾਬਲਾ ਕੀਤਾ ਨਾ ਤੁਰਕਾਂ ਦੇ ਨਾਲ ਵੀ ਇਸੇ ਤਰ੍ਹਾਂ ਜੰਗ ਮਚਾਉਣਗੇ ਸਿੱਖ। ਮਾਰਨ ਮਰਨ ਹਜ਼ਾਰਨ ਹੋਏ, ਹਜ਼ਾਰਾਂ ਦਾ ਮਾਰਨਾ ਮਰਨਾ ਹੋਵੇਗਾ, ਹਜ਼ਾਰਾਂ ਤੁਰਕਾਂ ਨੂੰ ਮੇਰੇ ਸਿੱਖ ਮੌਤ ਦੇ ਘਾਟ ਉਤਾਰ ਦੇਣਗੇ। ਆਜ ਨਹੀਂ ਸਿੰਘ ਬਨ ਸਭ ਕੋਏ, ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਿੰਘ ਬਣ ਜਾਓ, ਅੰਮ੍ਰਿਤ ਛਕ ਕੇ ਸਿੰਘ ਸਾਜੋ, ਸਿੰਘ ਸਜ ਕੇ ਆਪਣਾ ਰਾਜ ਭਾਗ ਪ੍ਰਾਪਤ ਕਰੋ। ਫਿਰਤ ਇਸੀ ਬਿਦ ਸੰਗਤ ਆਏ, ਇਸ ਤਰ੍ਹਾਂ ਭਿੜਦਿਆਂ ਹੋਇਆਂ ਲੜਦਿਆਂ ਹੋਇਆਂ ਭਾਈ ਡਾਲੇ ਦੇ ਨਾਲ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਕੋਲ ਪਹੁੰਚ ਗਈ। ਹੋਰ ਪਾਦ ਕਮਲਾ ਸੀਸ ਝੁਕਾਏ, ਆ ਕੇ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਉੱਤੇ ਸੀਸ ਝੁਕਾ ਦਿੱਤਾ, ਨਮਸਕਾਰ ਕੀਤੀ। ਅਸਵਾਸਨ ਸੰਕਰ ਬਹੁਰ ਬਖਾਨਾ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਆਸ਼ਵਾਸਨ ਦਿੱਤਾ, ਬਹੁਤ ਇਹਨਾਂ ਨੇ ਧੀਰਜ ਧਾਰ ਕੇ ਰੱਖਿਆ। ਹਿਮ ਸ਼ਸਤਰਨ ਸੰਬੰਨ ਸਾਵਧਾਨਾ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੌਸਲਾ ਦਿੰਦੇ ਹੋਏ ਆਖਿਆ, ਕਹਿੰਦੇ ਭਾਈ ਸੰਗਤੇ ਇਸੇ ਤਰ੍ਹਾਂ ਸ਼ਸਤਰ ਧਾਰੀ ਹੋ ਕੇ ਸਾਵਧਾਨ ਰਹਿਣਾ ਹੈ। ਸ਼ਸਤਰਨ ਗਹਿ ਸਿੰਗਾਰਨ ਕਰੀਏ, ਹੱਥ ਵਿੱਚ ਸ਼ਸਤਰਾਂ ਨੂੰ ਫੜ ਕੇ ਦੁਸ਼ਮਣਾਂ ਦਾ ਸੰਘਾਰ ਕਰੋ ਆਪਣਾ ਆਪ ਉਬਾਰਨ ਧਰੀਏ, ਤੇ ਨਾਲ ਖਿਆਲ ਰੱਖਣਾ ਵੀ ਆਪਣੇ ਆਪ ਦਾ ਬਚਾਅ ਵੀ ਕਰਨਾ। ਸ਼ਸਤਰ ਵੀ ਚੰਗੇ ਰੱਖਣੇ ਆ ਤੇ ਆਪਣੇ ਆਪ ਦਾ ਬਚਾਅ ਵੀ ਕਰਨਾ ਹੈ। ਆਪਣਾ ਨੁਕਸਾਨ ਘੱਟ ਹੋਵੇ, ਦੁਸ਼ਮਣ ਦਾ ਬਹੁਤਾ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਯੁੱਧ ਨੀਤੀ ਸਮਝਾ ਰਹੇ ਹੈ। ਸ਼ਸਤਰ ਚੰਗੇ ਤੋਂ ਚੰਗਾ ਰੱਖਣਾ ਇਹ ਗੁਰੂ ਕਾ ਹੁਕਮ ਹੈ ਭਾਈ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ तीर, सैप सरोही सहत ही यही हमारे पीर। जिते शस्त्र नामंग नमस्कार तामंग, जिते अस्त्र भेयंग नमस्कार तेयंग, कृपान पान धारियंग करोर पाप टारियंग। शस्त्र धारी होके गुरु का सिंह सदा ਤਿਆਰ ਬਰ ਤਿਆਰ ਰਹੇ। ਔਰ ਇਹਨਾਂ ਸ਼ਸਤਰਾਂ ਦੇ ਨਾਲ ਪ੍ਰੇਮ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਿੰਘ ਅੱਜ ਤੱਕ ਉਵੇਂ ਹੀ ਭਾਵਨਾ ਵਾਲੇ ਰੱਖਦੇ ਐ। ਠੀਕ ਹੈ ਵੀ ਬਹੁਤਾਤ ਅੱਜ ਆਪਾਂ ਸ਼ਸਤਰਾਂ ਤੋਂ ਹੀਣੇ ਹੋ ਗਏ ਆ, ਨਾ ਸਾਡੇ ਕੋਲੇ ਗੁਰੂ ਦੀ ਬਖਸ਼ੀ ਸਿੱਖੀ ਹੈ, ਨਾ ਬਾਣੀ ਹੈ, ਨਾ ਬਾਣਾ ਹੈ, ਤੇ ਇਸੇ ਕਰਕੇ ਥਾਂ ਥਾਂ ਤੇ ਕੁੱਟ ਖਾ ਰਹੇ ਆ। ਨਿੱਤਾ ਪ੍ਰਤੀ ਖਬਰਾਂ ਮਿਲਦੀਆਂ ਜੀ ਫਲਾਣੇ ਸਿੱਖ ਦੀ ਫਲਾਣੇ ਜਗ੍ਹਾ ਦਾੜੀ ਫੜ ਲਈ, ਫਲਾਣੇ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ। ਪਰ ਗੁਰੂ ਕਾ ਸਿੰਘ ਸ਼ਸਤਰਧਾਰੀ ਹੋਵੇ ਤੇ ਉਹਦੀ ਦਹਿਸ਼ਤ ਇੰਨੀ ਹੋਵੇ ਕੋਈ ਹੀਆ ਹੀ ਨਾ ਕਰ ਸਕੇ। ਔਰ ਜੇਕਰ ਕਦੇ ਕੋਈ ਐਸਾ ਕੇਸ ਆਵੇ, ਐਸਾ ਮਸਲਾ ਬਣ ਆਵੇ, ਤੇ ਗੁਰੂ ਕਾ ਸਿੱਖ ਉਹਨਾਂ ਸ਼ਸਤਰਾਂ ਦੀ ਗੁਰੂ ਘਰ ਦੇ ਦੋਖੀਆਂ ਦੀ ਭੁਗਤ ਸਵਾਰਨ ਦੇ ਲਈ ਵਰਤੋਂ ਕਰੇ। ਸ਼ਸਤਰ ਚੰਗੇ ਰੱਖੇ, ਆਪਣੇ ਆਪ ਦਾ ਬਚਾਓ ਕਰੇ। ਇੱਕ ਵਾਰੀ ਦਮਦਮੀ ਟਕਸਾਲ ਮੁੱਖ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿਖੇ ਇੱਕ ਸਿੰਘ ਸੰਤਾਂ ਦਾ ਪੀਏ ਭਾਈ ਰਛਪਾਲ ਸਿੰਘ ਜੀ ਉਹ ਨਵਾਂ ਪਿਸਟਲ ਲੈ ਕੇ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘ ਸ਼ਸਤਰਾਂ ਨਾਲ ਪਿਆਰ ਕਰਨ ਵਾਲੇ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਦਮਦਮੀ ਟਕਸਾਲ ਦੇ 13ਵੇਂ ਮੁਖੀ ਲਿਆ ਕੇ ਮਹਾਂਪੁਰਖਾਂ ਨੂੰ ਫੜਾ ਦਿੱਤਾ। ਮਹਾਂਪੁਰਖੋ ਆ ਸ਼ਸਤਰ ਲਿਆ, ਉਦਘਾਟਨ ਆਪ ਜੀ ਕਰੋ ਆਪਣੇ ਹਸਤ ਕਮਲਾਂ ਨਾਲ, ਆਪ ਜੀ ਇਹਨੂੰ ਪਹਿਲਾਂ ਚਲਾਓ। ਮਹਾਂਪੁਰਖ ਬੜੇ ਖੁਸ਼ ਹੋਏ, ਕਹਿੰਦੇ ਭਾਈ ਸ਼ਸਤਰ ਤਾਂ ਬੜਾ ਵਧੀਆ ਲੈ ਕੇ ਆਏ ਆ। ਕਹਿੰਦੇ ਇਹਦਾ ਉਦਘਾਟਨ ਕਹਿੰਦੇ ਕਿਸੇ ਬਾਣੀ ਪੜ੍ਹਨ ਵਾਲੇ ਸਿੰਘ ਤੋਂ ਕਰਾਉਂਦੇ ਆ। ਕੋਲੇ ਕਾਫੀ ਸਿੰਘ ਫਿਰਦੇ ਸੀ। ਮਹਾਂਪੁਰਖਾਂ ਨੇ ਆਵਾਜ਼ ਮਾਰੀ, ਕਹਿੰਦੇ ਭਾਈ ਜਰਨੈਲ ਸਿੰਘ ਅਭਿਆਸੀਆ ਇੱਧਰ ਆ। ਹੱਥ ਜੋੜ ਕੇ ਮਹਾਂਪੁਰਖਾਂ ਦੇ ਕੋਲੇ ਪਹੁੰਚ ਗਿਆ। ਹਾਂਜੀ ਮਹਾਂਪੁਰਖੋ ਹੁਕਮ। ਕਹਿੰਦੇ ਭਾਈ ਆ ਰਛਪਾਲ ਸਿੰਘ ਆ ਸ਼ਸਤਰ ਲੈ ਕੇ ਆਇਆ ਤੇ ਲੈ ਇਹਨੂੰ ਚਲਾ ਕੇ ਇਹਦਾ ਉਦਘਾਟਨ ਕਰਦੇ। ਹੱਥ ਜੋੜ ਲਏ ਬਾਬਾ ਜੀ ਨੇ, ਬਾਬਾ ਜਰਨੈਲ ਸਿੰਘ ਜੀ ਨੇ, ਭਾਈ ਜਰਨੈਲ ਸਿੰਘ ਅਭਿਆਸੀ ਜੀ ਉਸ ਵੇਲੇ ਨਾਮ ਸੀ। ਕਹਿੰਦੇ ਮਹਾਂਪੁਰਖੋ ਮੈਨੂੰ ਤਾਂ ਇਹ ਚਲਾਉਣਾ ਨਹੀਂ ਆਉਂਦਾ, ਮੈਂ ਕਿਵੇਂ ਚਲਾਵਾਂ?
ਮਹਾਂਪੁਰਖਾਂ ਨੇ ਕੰਡ ਦੇ ਉੱਤੇ ਥਾਪੀ ਦਿੱਤੀ, ਕਹਿੰਦੇ ਭਾਈ ਜਰਨੈਲ ਸਿੰਘ ਚਲਾਉਣਾ ਸਿੱਖ ਲੈ, ਇਹ ਤੈਨੂੰ ਚਲਾਉਣੀਆਂ ਹੀ ਪੈਣੀਆਂ ਗੋਲੀਆਂ। ਤੇ ਮਹਾਂਪੁਰਖਾਂ ਦੇ ਉਹ ਬਚਨ ਸਿੱਧ ਹੋਏ ਬਾਅਦ ਵਿੱਚ, ਜੋ 1984 ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਕੀਤਾ ਭਾਰਤੀ ਫੌਜ ਨੇ, ਤੇ ਮਹਾਂਪੁਰਖਾਂ ਨੇ ਉਹ ਗੋਲੀਆਂ ਚਲਾਈਆਂ, ਚਮਕੌਰ ਦੀ ਗੜੀ ਦਾ ਇਤਿਹਾਸ ਦੁਹਰਾ ਦਿੱਤਾ। ਗੁਰੂ ਕੇ ਸਿੰਘ ਸ਼ਸਤਰਾਂ ਦੇ ਨਾਲ ਇੰਨਾ ਪਿਆਰ। ਸੋ ਸਤਿਗੁਰ ਸੱਚੇ ਪਾਤਸ਼ਾਹ ਵੀ ਇੱਥੇ ਕਹਿ ਰਹੇ ਹੈ, ਕਹਿੰਦੇ ਭਾਈ ਸ਼ਸਤਰ ਰੱਖੋ ਸ਼ਸਤਰ ਧਾਰੀ ਹੋਵੋ, ਅੰਮ੍ਰਿਤ ਛਕੋ ਸਿੰਘ ਸਜੋ, ਸ਼ਸਤਰ ਵਿਦਿਆ ਦਾ ਅਭਿਆਸ ਕਰੋ, ਨਾਮ ਬਾਣੀ ਦਾ ਅਭਿਆਸ ਕਰੋ, ਦੁਸ਼ਮਣਾਂ ਦਾ ਸ਼ਸਤਰ ਫੜ ਕੇ ਸੰਘਾਰ ਕਰੋ, ਉਹਨਾਂ ਦਾ ਖਾਤਮਾ ਕਰੋ, ਤੇ ਆਪਣੇ ਆਪ ਦਾ ਬਚਾਅ ਵੀ ਕਰੋ ਚੰਗੇ ਸ਼ਸਤਰ ਰੱਖ ਕੇ। ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ। ਇੱਕ ਪਾਸੇ ਵੱਡੇ ਵੱਡੇ ਬਰਤਨਾਂ ਦੇ ਵਿੱਚ ਕਾਫੀ ਉੱਚਾ ਢੇਰ ਲਗਵਾ ਦਿੱਤਾ, ਨਾਲ ਹੀ ਖਾਲਸੇ ਨੂੰ ਹੁਕਮ ਕਰ ਦਿੱਤਾ, ਕਹਿੰਦੇ ਭਾਈ ਆ ਕੜਾਹ ਪ੍ਰਸ਼ਾਦ ਆ ਨਾ, ਇਹ ਤੁਸੀਂ ਜਾ ਕੇ ਲੁੱਟਣਾ ਹੈ। ਸਾਰਿਆਂ ਨੇ ਧਾਵਾ ਬੋਲ ਕੇ ਆਪੋ ਆਪਣੇ ਹਿੱਸੇ ਦਾ ਲੈ ਜਾਣਾ, ਜਿੰਨਾ ਜਿਸ ਨੂੰ ਚਾਹੀਦਾ ਹੈ। ਇਹ ਕੜਾਹ ਪ੍ਰਸ਼ਾਦ ਦੀ ਲੁੱਟ ਕਰੋ। ਸਤਿਗੁਰੂ ਜੀ ਦਾ ਹੁਕਮ ਸੁਣ ਕੇ ਖਾਲਸਾ ਧਾ ਕੇ ਪੈ ਗਿਆ, ਇੱਕਦਮ ਵਾਹੋ ਦਾਹੀ ਜਾ ਪਿਆ ਕੜਾਹ ਪ੍ਰਸ਼ਾਦ ਉੱਤੇ। ਬਲ ਦੇ ਨਾਲ, ਜ਼ੋਰ ਦੇ ਨਾਲ ਇੱਕ ਦੂਜੇ ਨੂੰ ਧੱਕੇ ਮਾਰਦੇ ਹੋਏ ਸਿੰਘ ਜਾ ਪਏ। ਸਾਰੇ ਹੀ ਵੱਡੇ ਵੱਡੇ ਬਰਤਨ ਭਰ ਕੇ ਵੱਧ ਤੋਂ ਵੱਧ ਕੜਾਹ ਪ੍ਰਸ਼ਾਦ ਦੀ ਦੇਗ ਲੁੱਟ ਕੇ ਲੈ ਜਾ ਰਹੇ ਹਨ। ਜਦੋਂ ਇੱਕ ਵਾਰ ਸਾਰਾ ਕੜਾਹ ਪ੍ਰਸ਼ਾਦ ਲੁੱਟਿਆ ਗਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫੇਰ ਹੁਕਮ ਕੀਤਾ, ਕਹਿੰਦੇ ਭਾਈ ਫੇਰ ਕੜਾਹ ਪ੍ਰਸ਼ਾਦ ਦੀ ਦੇਗ ਬਣਾਓ। ਫਿਰ ਕਾਫੀ ਮਾਤਰਾ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਉਸੇ ਤਰ੍ਹਾਂ ਢੇਰ ਲਗਵਾ ਦਿੱਤਾ ਗਿਆ ਵੱਡੇ ਵੱਡੇ ਬਰਤਨਾਂ ਵਿੱਚ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਫੇਰ ਲੁੱਟੋ। ਫਿਰ ਦੂਜੀ ਵਾਰ ਇਸੇ ਤਰ੍ਹਾਂ ਲੁਟਾਇਆ। ਬਹੁਤ ਸਾਰੇ ਸਿੰਘਾਂ ਨੇ ਤਾਂ ਜਾ ਕੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਹੱਲਾ ਬੋਲਿਆ, ਕੜਾਹ ਪ੍ਰਸ਼ਾਦ ਲੁੱਟਿਆ, ਰੱਜ ਕੇ ਛਕਿਆ। ਕਈ ਸਿੰਘ ਜਿਹੜੇ ਸਨ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਬੈਠੇ ਰਹੇ ਚੁੱਪ ਕਰਕੇ, ਉਹਨਾਂ ਨੇ ਜਾ ਕੇ ਹੱਥ ਵੀ ਨਾ ਲਾਇਆ। ਸਤਿਗੁਰ ਸੱਚੇ ਪਾਤਸ਼ਾਹ ਆਪਣੇ ਸੁਭਾਏਮਾਨ ਮੁਖਾਰਬਿੰਦ ਤੋਂ ਪੁੱਛਦੇ ਆ ਇਹਨਾਂ ਨੂੰ, ਕਹਿੰਦੇ ਭਾਈ ਸਿੰਘੋ ਤੁਸੀਂ ਨਹੀਂ ਕੜਾਹ ਪ੍ਰਸ਼ਾਦ ਲੁੱਟਿਆ, ਤੁਸੀਂ ਕਾਹਤੋਂ ਸਾਡੇ ਕੋਲ ਹੀ ਬੈਠੇ ਰਹੇ ਹੋ। ਉਹਨਾਂ ਨੇ ਹੱਥ ਜੋੜ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕੋਲ ਸਬਰ ਸੰਤੋਖ ਹੈ, ਸਾਨੂੰ ਤਾਂ ਵੰਡੇ ਦਾ ਆਪ ਜੀ ਜਿੰਨਾ ਕੁ ਦੇ ਦੇਵੋਗੇ ਅਸੀਂ ਓਨਾ ਹੀ ਪ੍ਰਾਪਤ ਕਰ ਲਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਉਹੀ ਛਕ ਲਵਾਂਗੇ, ਅਸੀਂ ਲੋਭ ਨਹੀਂ ਧਾਰਦੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸਿੰਘਾਂ ਦੇ ਬਚਨ ਸੁਣ ਕੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਚਨ ਉਚਾਰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਧੰਨ ਗੁਰੂ ਕਾ ਖਾਲਸਾ, ਧੰਨ ਗੁਰੂ ਕੇ ਸਿੱਖ। ਕਹਿੰਦੇ ਭਾਈ ਦੋ ਤਰ੍ਹਾਂ ਦੇ ਸਿੱਖ, ਦੋ ਤਰ੍ਹਾਂ ਦੇ ਖਾਲਸੇ ਹੋਣਗੇ। ਕਹਿੰਦੇ ਇੱਕ ਤਾਂ ਲੁੱਟਮਾਰ ਕਰਨ ਵਾਲੇ ਵੀ ਹੋਣਗੇ, ਤੇ ਦੂਜੇ ਜਿਹੜੇ ਖਾਲਸੇ ਹੋਣਗੇ ਉਹ ਸਤੀ ਸੰਤੋਖੀ ਵੀ ਬੜੇ ਹੋਣਗੇ। ਤੇ ਇਹਨਾਂ ਖਾਲਸਿਆਂ ਦੇ ਵਿੱਚ ਆ ਕੇ ਬਹੁਤ ਸਾਰੇ ਲੁਟੇਰੇ ਵੀ ਵਿੱਚ ਵੜ ਜਾਣਗੇ, ਪਰ ਕਹਾਉਣਗੇ ਉਹ ਵੀ ਆਪਣੇ ਆਪ ਨੂੰ ਸਿੱਖ, ਉਹ ਵੀ ਆਪਣੇ ਆਪ ਨੂੰ ਖਾਲਸੇ ਕਹਾਉਣਗੇ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਤੋਂ ਉਪਰੰਤ ਅੰਮ੍ਰਿਤ ਸੰਚਾਰ ਕਰਵਾਇਆ। ਅੰਮ੍ਰਿਤ ਸੰਚਾਰ ਦੇ ਨਾਂ ਅੰਮ੍ਰਿਤ ਦੇ ਕੜਾਹਿਆਂ ਦੇ ਕੜਾਹੇ ਤਿਆਰ ਕਰਵਾ ਲਏ। ਤੇ ਉਹ ਜਿਹੜੇ ਅੰਮ੍ਰਿਤ ਦੇ ਕੜਾਹੇ ਭਰ ਭਰ ਕੇ ਤਿਆਰ ਕਰਵਾਏ ਸੀ ਨਾ, ਉੱਥੇ ਨੇੜੇ ਗੁਰੂਸਰ ਸਰੋਵਰ ਹੈ, ਬਹੁਤ ਵੱਡਾ ਇਤਿਹਾਸਕ ਸਰੋਵਰ। ਸੋ ਉਸ ਸਰੋਵਰ ਦੇ ਵਿੱਚ ਉੱਥੇ 9ਵੇਂ ਪਾਤਸ਼ਾਹ ਜੀ ਨੇ ਵੀ ਚਰਨ ਪਾਏ ਹੈ, ਤੇ 10ਵੇਂ ਪਾਤਸ਼ਾਹ ਨੇ ਉਸ ਸਰੋਵਰ ਦੇ ਵਿੱਚ ਭਰ ਭਰ ਕੇ ਅੰਮ੍ਰਿਤ ਦੇ ਕੜਾਹੇ ਡੁਲਵਾ ਦਿੱਤੇ। ਉਸ ਵੇਲੇ ਸਿੰਘਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਸੱਚੇ ਪਾਤਸ਼ਾਹ ਕੀ ਕਾਰਨ ਹੈ
ਕਿਹੜਾ ਕਾਰਨ ਆ ਆਪ ਜੀ ਇਸ ਪਾਸੇ ਰੁੱਝੇ ਹੋਏ ਹੋ, ਇਸ ਪਾਸੇ ਰੁਚੀ ਧਾਰਨ ਕੀਤੀ ਹੋਈ ਹੈ। ਨਿਤ ਪ੍ਰਤੀ ਅੰਮ੍ਰਿਤ ਕਰ ਕਰ ਵੀਰੋ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਇਹ ਕੀ ਕੌਤਕ ਵਰਤਾ ਰਹੇ ਹੋ। ਨਿੱਤਾ ਪ੍ਰਤੀ ਅੰਮ੍ਰਿਤ ਤਿਆਰ ਕਰਵਾ ਕਰਵਾ ਕੇ ਇਹ ਸਰੋਵਰ ਦੇ ਵਿੱਚ, ਗੁਰੂ ਸਰ ਸਰੋਵਰ ਦੇ ਵਿੱਚ ਪਵਾ ਰਹੇ ਹੋ। ਕਾਰਨ ਕੌਣ ਆਪਨੇ ਹੇਰੋ। ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਕਾਰਨ ਹੈ, ਆਪ ਜੀ ਕੀ ਦੇਖ ਰਹੇ ਹੋ, ਆਪ ਜੀ ਕੀ ਸਮਝਾਉਣਾ ਚਾਹੁੰਦੇ ਹੋ, ਦੱਸੋ। ਤਬ ਸਤਿਗੁਰ ਸਭ ਸਾਧ ਬਖਾਨੇ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਜਦੋਂ ਸਿੰਘਾਂ ਨੇ ਪੁੱਛਿਆ, ਮਹਾਰਾਜ ਕੀ ਕਾਰਨ ਵੇਖ ਰਹੇ ਹੋ, ਕੀ ਕਾਰਨ ਕਰਕੇ ਅੰਮ੍ਰਿਤ ਦੇ ਕੜਾਹੇ ਤਿਆਰ ਕਰਵਾ ਕੇ ਗੁਰੂ ਸਰ ਸਰੋਵਰ ਵਿੱਚ ਪਾ ਰਹੇ ਹੋ, ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹਾਂ ਖਾਲਸਾ ਸੁਮਣ ਬਾਣੇ। ਕਹਿੰਦੇ ਭਾਈ ਇਹਾਂ ਖਾਲਸਾ ਸੁਮਣਵਾਨੀ। ਸੁਮਣਵਾਨੀ ਕਹਿੰਦੇ ਜਿਵੇਂ ਜਲ ਦਾ ਸੋਮਾ ਧਰਤੀ ਵਿੱਚੋਂ ਸੁੰਮ ਫਟਦਾ ਨਾ, ਧਰਤੀ ਦੇ ਵਿੱਚੋਂ ਫੁਹਾਰਾ ਫਟਦਾ, ਪਾਣੀ ਨਿਕਲਦਾ, ਚਸ਼ਮਾ ਵਹਿੰਦਾ ਧਰਤੀ ਦੇ ਵਿੱਚੋਂ, ਫੁਹਾਰ ਉੱਠਦੀ ਹੈ ਪਾਣੀ ਦੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਵੀ ਇਹ ਮਾਲਵੇ ਦੀ ਧਰਤੀ ਦੇ ਉੱਤੇ ਸੁਮਣਵਾਨੀ। ਕਹਿੰਦੇ ਇਸੇ ਤਰ੍ਹਾਂ ਜਿਵੇਂ ਧਰਤੀ ਦੇ ਵਿੱਚੋਂ ਪਾਣੀ ਦਾ ਸੋਮਾ ਫੁੱਟਦਾ, ਗੁਰੂ ਕਾ ਖਾਲਸਾ ਧਰਤੀ ਦੇ ਉੱਤੇ ਥਾਂ ਥਾਂ ਤੇ ਪੈਦਾ ਹੋਵੇਗਾ। ਪੁੰਜ ਸਿੰਘ ਇਸ ਥਾਏ। ਸਤਿਗੁਰ ਕਹਿੰਦੇ ਬਹੁਤ ਸਾਰੇ ਸਿੰਘ ਇਸ ਜਗ੍ਹਾ ਦੇ ਉੱਤੇ ਪੈਦਾ ਹੋਣਗੇ। ਲਿਖਣਾ ਕਰਨ ਗੁਸਾਏ। ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਬੈਠੇ ਨੇ, ਬਹੁਤ ਸਾਰੀਆਂ ਕਲਮਾਂ ਘੜ ਘੜ ਕੇ ਰੱਖ ਰਹੇ ਹਨ। ਬਹੁਤ ਸਾਰੀਆਂ ਕਲਮਾਂ ਤਿਆਰ ਕਰ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਕੋਲ ਰੱਖ ਰਹੇ ਹਨ। ਜਦੋਂ ਸੰਗਤਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਪੁੱਛਣ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਾਈ ਆ ਜਿਹੜਾ ਦਮਦਮਾ ਨਾ, ਜਿੱਥੇ ਅਸੀਂ ਆ ਕੇ ਦਮ ਲਿਆ, ਟਿਕੇ ਆ ਇੰਨਾ ਸਮਾਂ, ਔਰ ਉੱਚੀ ਜਗ੍ਹਾ ਹੈ ਦਮਦਮਾ। ਕਹਿੰਦੇ ਇਹ ਦਮਦਮਾ ਸਾਹਿਬ ਦੀ ਧਰਤੀ ਹੈ ਜਿਹੜੀ, ਇਹ ਕਹਿੰਦੇ ਗੁਰੂ ਕੀ ਕਾਸ਼ੀ ਕਹਾਵੇਗੀ। ਵਰ ਦਿੱਤਾ ਸਤਿਗੁਰੂ ਜੀ ਨੇ। ਇਹ ਕਹਿੰਦੇ ਗੁਰੂ ਕੀ ਕਾਸ਼ੀ, ਇੱਕ ਤਾਂ ਕਾਸ਼ੀ ਬਨਾਰਸ ਦੇ ਵਿੱਚ ਹੈ ਨਾ, ਜਿੱਥੇ ਬਹੁਤ ਵੱਡੇ ਵੱਡੇ ਵਿਦਵਾਨ ਪੰਡਤ, ਉਹਨਾਂ ਦਾ ਗੜ੍ਹ ਹੈ, ਉਹਨਾਂ ਦੀ ਐਜੂਕੇਸ਼ਨ ਦੀ ਹੱਬ ਹੈ। ਬੜੇ ਉੱਥੇ ਵਿਦਵਾਨ ਜਨ, ਗੁਣੀ ਜਨ ਲੋਕ ਰਹਿੰਦੇ ਆ, ਬਹੁਤ ਭਾਸ਼ਾਵਾਂ ਦੇ ਗਿਆਤਾ, ਵੇਦਾਂ ਸ਼ਾਸਤਰਾਂ ਦੇ ਗਿਆਤਾ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਆ ਦਮਦਮਾ ਸਾਹਿਬ ਦੀ ਧਰਤੀ ਨੂੰ ਗੁਰੂ ਕੀ ਕਾਸ਼ੀ, ਉਹ ਕੱਲੀ ਕਾਸ਼ੀ ਹੈ, ਇਹ ਗੁਰੂ ਕੀ ਕਾਸ਼ੀ ਹੈ, ਅਸੀਂ ਇਹਨੂੰ ਵਿਦਿਆ ਦਾ ਕੇਂਦਰ ਬਣਾ ਦਿੱਤਾ। ਬਹੁਤ ਸਾਰੇ ਸਿੱਖ ਇਸ ਧਰਤੀ ਦੇ ਉੱਤੇ ਲੇਖਕ ਬਣਨਗੇ, ਗੁਰਬਾਣੀ ਦੀਆਂ ਪੋਥੀਆਂ ਲਿਖਿਆ ਕਰਨਗੇ, ਵਿਦਵਾਨ ਬਣਨਗੇ, ਗੁਣਾਂ ਦੇ ਰਾਸ, ਗੁਣਾਂ ਦੇ ਖਜ਼ਾਨੇ ਬਣਨਗੇ। ਸੋ ਭਾਈ ਉਹ ਦਮਦਮਾ ਸਾਹਿਬ ਦੀ ਜਿਹੜੀ ਧਰਤੀ ਆ ਨਾ, ਅੱਜ ਵੀ ਉਸ ਧਰਤੀ ਦੇ ਉੱਤੇ ਇਹ ਬਖਸ਼ਿਸ਼ਾਂ ਸਤਿਗੁਰੂ ਦੀਆਂ ਪ੍ਰਤੱਖ ਵਰਤਦੀਆਂ। ਉੱਥੇ ਲਿਖਣਸਾਰ ਗੁਰਦੁਆਰਾ ਸਾਹਿਬ ਹੈ, ਉੱਥੇ ਸੰਗਤਾਂ 35 ਅੱਖਰ ਲਿਖ ਕੇ ਆਉਂਦੀਆਂ, ਊੜੇ ਐੜੇ ਦੇ, ਜਿਹੜੀ ਸਾਡੀ ਗੁਰਮੁਖੀ ਲਿਪੀ ਹੈ, ਊੜੇ ਤੋਂ ਲੈ ਕੇ ੜਾੜਾ ਤੱਕ। ਭਾਵਨਾ ਨਾਲ ਜਿਹੜਾ ਕੋਈ ਮੋਟੀ ਬੁੱਧੀ ਵਾਲਾ ਵੀ ਹੋਵੇ ਨਾ, ਉੱਥੇ ਜਾ ਕੇ ਇਸ਼ਨਾਨ ਕਰਕੇ ਗੁਰੂ ਕੇ ਸਰੋਵਰ ਵਿੱਚ ਤਖਤ ਸਾਹਿਬ ਦੇ ਦਰਸ਼ਨ ਕਰੇ, ਬਾਕੀ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਕਰੇ। ਦਰਸ਼ਨ ਕਰਨ ਤੋਂ ਉਪਰੰਤ ਲਿਖਣਸਾਰ ਸਾਹਿਬ ਵਿਖੇ ਦਰਸ਼ਨ ਕਰਕੇ 35 ਅੱਖਰ ਲਿਖ ਕੇ ਆਵੇ। ਕੋਈ ਮੋਟੀ ਬੁੱਧੀ ਵਾਲਾ ਵੀ ਹੁੰਦਾ ਨਾ, ਉਹਨੂੰ ਵੀ ਸਤਿਗੁਰੂ ਜੀ ਵਿਦਿਆ ਦੀ ਦਾਤ ਬਖਸ਼ਿਸ਼ ਕਰਦੇ ਆ ਉੱਥੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਨੂੰ ਗੁਰੂ ਕੀ ਕਾਸ਼ੀ ਹੋਣ ਦਾ ਮਾਣ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਇੱਕ ਕਾਸ਼ੀ ਬਨਾਰਸ ਵਿਖੇ, ਪਰ ਇਹ ਗੁਰੂ ਕੀ ਕਾਸ਼ੀ ਹੈ। ਇੱਥੇ ਬਹੁਤ ਵਿਦਵਾਨ ਜਨ, ਬੜੇ ਯੋਧੇ, ਬੜੇ ਸੂਰਮੇ ਪੈਦਾ ਹੋਣਗੇ। ਸਾਰੀਆਂ ਹੀ ਬਖਸ਼ਿਸ਼ਾਂ ਮਾਲਵੇ ਨੂੰ ਵਾਰੋ ਵਾਰੀ ਸਤਿਗੁਰੂ ਜੀ ਕਰ ਰਹੇ ਹੈ। ਪਹਿਲਾਂ ਮਾਲਵੇ ਦੀ ਧਰਤੀ ਨੂੰ ਬਖਸ਼ਿਸ਼ਾਂ ਕੀਤੀਆਂ। ਵੇਖ ਡਲਿਆ ਕਣਕ, ਕਮਾਦ, ਕਪਾਹਾਂ ਦੇ ਖੇਤ ਖੜੇ ਹੈ। ਮਹਾਰਾਜ ਨਹੀਂ, ਇੱਥੇ ਕਣਕ, ਕਮਾਦ, ਕਪਾਹਾਂ ਕਿੱਥੇ? ਇੱਥੇ ਤੇ ਮਹਾਰਾਜ ਆ ਮਾਰੂਥਲ ਦੇ ਵਿੱਚ ਪਾਣੀ ਦੀ ਬੜੀ ਕਿੱਲਤ ਹੈ, ਪਾਣੀ ਦੀ ਬੜੀ ਘਾਟ ਹੈ। ਮਾੜੀ ਮੋਟੀ ਫਸਲ ਕੋਈ ਛੋਲੇ ਆਦਿਕ ਹੋ ਜਾਂਦੇ ਹੈ। ਮਹਾਰਾਜ ਇਹ ਜਿਹੜੀਆਂ ਇੰਨੀਆਂ ਵਧੀਆ ਫਸਲਾਂ ਉਹ ਨਹੀਂ ਇਹ ਧਰਤੀ ਉੱਤੇ। ਮਹਾਰਾਜ ਕਹਿੰਦੇ 7 ਬਚਨ ਕਹਿ ਮੈਂ ਸਾਰਾ ਕੁਝ ਇਹ ਮਾਲਵੇ ਦੀ ਧਰਤੀ ਉੱਤੇ ਵੇਖ ਰਿਹਾ। ਫਿਰ ਸਤਿਗੁਰੂ ਕਹਿੰਦੇ ਨੇ ਵੇਖ ਡੱਲਿਆ ਕਿਵੇਂ ਪਾਣੀ ਦੀਆਂ ਨਹਿਰਾਂ ਚੱਲਦੀਆਂ। ਮਹਾਰਾਜ ਇਹ ਤਾਂ ਰੇਤਾ ਹੈ, ਟਿੱਬਿਆਂ ਦੇ ਉੱਤੇ ਰੇਤਾ ਚਮਕਦੀ ਦਿਖਾਈ ਦਿੰਦੀ ਹੈ। ਆਪ ਜੀ ਨੂੰ ਝੌਲੇ ਪੈਂਦੇ, ਭੁਲੇਖਾ ਪੈਂਦਾ, ਇਹ ਨਦੀਆਂ ਨਹੀਂ। ਤੀਜੀ ਦਫਾ ਫੇਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵੇਖ ਡੱਲਿਆ
ਨਦੀਆਂ ਵੀ ਵਗ ਰਹੀਆਂ, ਫਸਲਾਂ ਵੀ ਖੜੀਆਂ, ਤੇ ਕਿਵੇਂ ਫਲਾਂ ਦੇ ਨਾਲ ਭਰਪੂਰ ਬੂਟੇ ਦਰਖਤ ਲੱਦੇ ਪਏ, ਬਾਗਾਂ ਦੇ ਬਾਗ। ਮਹਾਰਾਜ ਕਿੱਥੇ ਅੰਬ, ਇੱਥੇ ਕਿੱਥੇ, ਤਾਂ ਅੱਕਾਂ ਨੂੰ ਕੁਕੜੀਆਂ ਲੱਗੀਆਂ ਹੋਈਆਂ। ਉਹ ਤੁਹਾਨੂੰ ਭੁਲੇਖਾ ਪੈਂਦਾ ਹੈ, ਤੁਸੀਂ ਅੰਬ ਸਮਝ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਡੱਲਿਆ, 7 ਵਚਨ ਕਹਿ ਦਿੰਦਾ ਤੇ ਹੁਣੇ ਹੀ ਸਭ ਕੁਝ ਕਰ ਦਿੰਦੇ। ਪਹਿਲੀ ਦੂਜੀ ਤੀਜੀ ਵਾਰ 7 ਵਚਨ ਨਹੀਂ ਕਿਹਾ। ਕਹਿੰਦੇ ਹੋਵੇਗਾ ਸਭ ਕੁਝ, ਪਰ ਤੇਰੇ ਤੋਂ ਬਾਅਦ ਹੋਵੇਗਾ। ਇਹ ਮਾਲਵੇ ਦੀ ਧਰਤੀ ਮਾਲੋ ਮਾਲ ਮਾਲਵਾ ਹੋਵੇਗਾ, ਇਹ ਗੁਰੂ ਕਾ ਮਾਲਵਾ ਕਹਾਏਗਾ। ਸਿੱਖੀ ਬੜੀ ਪ੍ਰਫੁੱਲਤ ਹੋਏਗੀ, ਬੜੇ ਅੰਮ੍ਰਿਤਧਾਰੀ ਸਿੰਘ ਇੱਥੇ ਪੈਦਾ ਹੋਣਗੇ, ਬੜੇ ਵਿਦਵਾਨ ਪੈਦਾ ਹੋਣਗੇ। ਔਰ ਸ਼੍ਰੀ ਦਮਦਮਾ ਸਾਹਿਬ ਤੋਂ ਹੀ ਭਾਈ ਆ ਟਕਸਾਲਾਂ ਜਿਹੜੀਆਂ ਚੱਲੀਆਂ ਦੋਵੇਂ, ਭਾਈ ਮਨੀ ਸਿੰਘ ਜੀ ਵਾਲੀ, ਬਾਬਾ ਦੀਪ ਸਿੰਘ ਜੀ ਸ਼ਹੀਦ ਵਾਲੀ ਟਕਸਾਲ, ਜਿਹਨੂੰ ਆਪਾਂ ਦਮਦਮੀ ਟਕਸਾਲ ਕਹਿੰਦੇ ਆ, ਭਿੰਡਰਾਂ ਵਾਲੀ ਟਕਸਾਲ ਕਹਿੰਦੇ ਆ। ਔਰ ਕਿੰਨੇ ਵਿਦਵਾਨ ਜਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਨਿਕਲੇ ਹੋਏ ਹੈ। ਇਹ ਸਾਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਹੀ ਬਖਸ਼ਿਸ਼ ਹੋਈ ਹੈ। ਅੱਜ ਜਿੱਥੇ ਆਪਾਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਰਹੇ ਹਾਂ, ਉੱਥੇ 2 ਮਿੰਟ ਆਪ ਜੀ ਨੂੰ ਹੋਰ ਬੇਨਤੀ ਕਰਕੇ ਖਿਮਾ ਦੇ ਜਾਚਕ ਹੋ ਜਾਣਾ। ਅੱਜ ਇਤਿਹਾਸਕ ਦਿਨ ਵੀ ਹੈ। ਅੱਜ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸ਼ਹੀਦੀ ਦਿਹਾੜਾ ਵੀ ਹੈ। ਬਾਬਾ ਜੀ ਦੀ ਕਰਨੀ ਕਮਾਈ ਜਮਾਲ ਖਾਨ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਡਟ ਕੇ ਜੰਗ ਕੀਤਾ। ਸਾਂਝੇ ਵਾਰ ਨਾਲ ਦੋਹਾਂ ਸੂਰਮਿਆਂ ਦੇ ਸਿਰ ਲੱਥ ਗਏ, ਪਰ ਬਾਬਾ ਦੀਪ ਸਿੰਘ ਜੀ ਨੇ ਸਿਰ ਨੂੰ ਤਲੀ ਦੇ ਉੱਤੇ ਰੱਖ ਕੇ ਅਰਦਾਸ ਕੀਤੀ ਸੀ, ਮਹਾਰਾਜ ਇਹ ਸਿਰ ਹਰਮੰਦਰ ਦੀ ਭੇਟਾ ਚੜਾਉਣਾ, ਜਾ ਕੇ ਆਪ ਜੀ ਦੇ ਦਰਬਾਰ ਸਾਹਿਬ ਭੇਟ ਕਰਾਂਗਾ। ਉਸ ਵੇਲੇ ਇਤਿਹਾਸਕਾਰ ਕਹਿੰਦੇ ਨੇ ਹੋਣੀ ਨੇ ਤਾਨਾ ਮਾਰਿਆ। ਕੋਈ ਕਹਿੰਦਾ ਕਿਸੇ ਸਿੰਘ ਨੇ ਕਿਹਾ ਬਾਬਾ ਜੀ ਅਰਦਾਸ ਕੀਤੀ ਸੀ ਤੇ ਸਿਰ ਇੱਥੇ ਹੀ ਲੈ ਗਿਆ। ਕਹਿੰਦੇ ਬਾਬਾ ਜੀ ਨੇ ਤਲੀ ਉੱਤੇ ਸੀਸ ਰੱਖ ਲਿਆ। ਉਸੇ ਤਰ੍ਹਾਂ ਦੁਸ਼ਮਣਾਂ ਦੇ ਨਾਲ ਲੜਦੇ ਆਹੂ ਲਾਉਂਦੇ ਹੋਏ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਪਰਿਕਰਮਾ ਵਿੱਚ ਜਾ ਕੇ ਸੀਸ ਭੇਟ ਕੀਤਾ। ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ। ਇੱਕ ਵਾਰ ਕਹਿੰਦੇ ਦੁਨੀਆ ਵਿੱਚ ਬਹਾਦਰ ਕੌਮਾਂ ਇਕੱਠੀਆਂ ਹੋਈਆਂ। ਰਾਜਪੂਤ ਕਹਿੰਦੇ ਵੀ ਅਸੀਂ ਮੈਦਾਨੇ ਜੰਗ ਦੇ ਵਿੱਚ ਐਸੀ ਧਾਕ ਪਾਉਨੇ ਐ ਵੀ ਸਾਡੀਆਂ ਤਲਵਾਰਾਂ ਦੇ ਮੂਹਰੇ ਵੈਰੀਆਂ ਦੇ ਪਸੀਨੇ ਛੁੱਟ ਜਾਂਦੇ ਆ, ਵੈਰੀਆਂ ਨੂੰ ਮੈਦਾਨੇ ਜੰਗੋਂ ਭਜਾ ਕੇ ਅਸੀਂ ਦਮ ਲੈਂਦੇ ਹਾਂ। ਉਸ ਤੋਂ ਬਾਅਦ ਵਾਰੀ ਆਈ ਮਰਾਠਿਆਂ ਦੀ, ਮਰਹੱਟਿਆਂ ਦੀ। ਉਹ ਕਹਿੰਦੇ ਵੀ ਤੁਹਾਡੀ ਬਹਾਦਰੀ ਤਾਂ ਕੁਝ ਵੀ ਨਹੀਂ। ਕਹਿੰਦੇ ਅਸੀਂ ਮੈਦਾਨੇ ਜੰਗ ਦੇ ਵਿੱਚ ਕਹਿੰਦੇ ਓਨੀ ਦੇਰ ਤੱਕ ਨਹੀਂ ਹਟਦੇ ਪਿਛਾਂ ਜਿੰਨੀ ਦੇਰ ਤੱਕ ਅਸੀਂ ਮਰ ਨਾ ਜਾਈਏ। ਮਰ ਹੱਟੇ ਕਹਿੰਦੇ ਐਵੇਂ ਨਹੀਂ, ਸਾਨੂੰ ਮਰਹੱਟੇ ਕਹਿੰਦੇ ਮਰ ਕੇ ਹੀ ਹਟਦੇ ਆ, ਨਹੀਂ ਤਾਂ ਅਸੀਂ ਡਟੇ ਰਹਿੰਦੇ ਹਾਂ। ਜਦੋਂ ਆਈ ਸਿੱਖਾਂ ਦੀ ਵਾਰੀ, ਸਿੰਘਾਂ ਨੇ ਉਸ ਵੇਲੇ ਫਿਰ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਯਾਦ ਕਰਵਾਇਆ। ਕਹਿੰਦੇ ਭਾਈ ਸੁਣੋ, ਤੁਹਾਡਾ ਇਤਿਹਾਸ ਠੀਕ ਹੈ, ਤੁਸੀਂ ਯੋਧੇ ਹੋ, ਸੂਰਮੇ ਹੋ। ਹਰੇਕ ਕੌਮ ਵਿੱਚ ਸੂਰਮੇ ਪੈਦਾ ਹੁੰਦੇ ਆ, ਸਭ ਦੀ ਆਪਣੀ ਆਪਣੀ ਵਿਸ਼ੇਸ਼ਤਾ ਹੈ। ਪਰ ਕਹਿੰਦੇ ਤੁਸੀਂ ਆਖਿਆ ਅਸੀਂ ਮਰ ਕੇ ਪਿੱਛੇ ਹਟਦੇ ਆਂ, ਅਸੀਂ ਤਾਂ ਉਹਨਾਂ ਸਿੰਘਾਂ ਦੇ ਉਸ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਵਾਰਸ ਆਂ। ਸਿਰ ਧੜ ਤੋਂ ਅਲੱਗ ਵੀ ਹੋ ਜਾਂਦਾ, ਅਸੀਂ ਮਰ ਵੀ ਜਾਂਦੇ ਹਾਂ, ਮਰ ਕੇ ਵੀ ਪਿਛਾਂ ਨਹੀਂ ਹਟਦੇ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ, ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਿਆਂ ਹੋਇਆਂ ਆਪਾਂ ਕਥਾ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਸਮੇਂ ਦੀ ਸੰਪੂਰਨਤਾ ਹੈ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਆਪਾਂ ਗੁਰਫਤਿਹ ਗਜਾਉਣੀ ਹੈ, ਸਮਾਪਤੀ ਵਿੱਚ ਸ਼ਾਮਲ ਹੋਣਾ, ਅਰਦਾਸ ਵਿੱਚ ਹਾਜ਼ਰੀ ਲਵਾਉਣੀ ਹੈ। ਅੱਗੇ ਜਿਵੇਂ ਪ੍ਰਸੰਗ ਸਤਿਗੁਰੂ ਜੀ ਦਾ ਆਵੇਗਾ, ਕੱਲ੍ਹ ਦੇ ਦੀਵਾਨ ਵਿੱਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਕੇ ਸੇਵਾ ਲੈਣਗੇ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਇੱਕ ਦਿਨ ਚਾੜੇ ਅਖੇ ਕੋ ਗਏ, ਉਸ ਅਸ਼ਟੇ ਕੀ ਉਤਰਸ ਭਏ।